ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਸੰਗਤ ਜੀ, ਹਰ ਵੀਰਵਾਰ ਸਤਿਜਿੰਦਰ ਸਿੰਘ ਜੀ ਇਤਿਹਾਸ ਦੇ ਕੁਝ ਪੰਨੇ ਸਾਡੇ ਸਾਹਮਣੇ ਰੱਖਦੇ ਨੇ ਔਰ ਪਿਛਲੇ 3 ਹਫ਼ਤਿਆਂ ਤੋਂ ਸਿੱਖ ਇਤਿਹਾਸ ਵਿੱਚ ਬੀਬੀਆਂ ਦਾ ਯੋਗਦਾਨ ਜਿਹੜਾ ਹੈ, ਜਿਨ੍ਹਾਂ ਦਾ ਨਾਮ ਹੈ, ਉਹਨਾਂ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ। ਤੋਂ ਅੱਜ ਵੀ ਉਸ ਤੋਂ ਅੱਗੇਲਾ ਜਿਹੜਾ ਪੜਾਅ ਹੈ ਹੁਣ ਕਰਨਗੇ ਸਤਿਜਿੰਦਰ ਸਿੰਘ ਜੀ। ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰੋ, ਪ੍ਰੋਗਰਾਮ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਪੀਰ ਭੈਣਾਂ ਨੂੰ ਜੀ ਆਇਆਂ ਕਹਿਣਾ ਔਰ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ। ਜਿਵੇਂ ਕਿ ਵੀਰ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਸੂਚਿਤ ਕੀਤਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਦਾਸ ਦੀ ਸੇਵਾ ਲਈ ਕਿ ਜੋ ਸਿੱਖ ਧਰਮ ਦੇ ਵਿੱਚ ਬੀਬੀਆਂ ਦਾ ਯੋਗਦਾਨ ਹੈ, ਉਹਨਾਂ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ ਜਾਏ। ਮੈਂ ਤੇ ਬੇਨਤੀ ਕਰਾਂ ਕਿ ਇਤਿਹਾਸ ਨੂੰ ਅਗਰ ਝਾਤ ਮਾਰਦੇ ਹਾਂ ਤੇ ਦੁਨੀਆ ਦੇ ਇਤਿਹਾਸ ਨੂੰ ਫਰੋਲਣ ਤੋਂ ਬਾਅਦ ਅਸੀਂ ਇਸ ਨਿਰਣੇ ਤੇ ਪਹੁੰਚਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਔਰਤਾਂ ਦੂਜੇ ਫੀਲਡ ਦੇ ਵਿੱਚ ਤਾਂ ਬਹੁਤ ਅੱਗੇ ਰਹੀਆਂ ਹੋਣਗੀਆਂ, ਲੇਕਿਨ ਜਿੱਥੇ ਤੱਕ ਧਰਮ ਦੀ ਗੱਲ ਹੈਗੀ ਹੈ ਜਾਂ ਧਰਮ ਉੱਤੇ ਕੁਰਬਾਨੀ ਦੇਣ ਦੀ ਗੱਲ ਹੈਗੀ ਹੈ, ਉਸ ਦੇ ਵਿੱਚ ਜੋ ਸਿੱਖ ਧਰਮ ਦੀਆਂ ਬੀਬੀਆਂ ਹਨ, ਉਹਨਾਂ ਦਾ ਕੋਈ ਵੀ ਸਾਨੀ ਨਹੀਂ ਹੈ ਔਰ ਉਹਨਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ। ਔਰ ਮੈਂ ਇੱਥੋਂ ਤੱਕ ਵੀ ਕਹਿ ਰਿਹਾ ਕਿ ਉਹਨਾਂ ਧਰਮਾਂ ਦੇ ਅੰਦਰ ਕੋਈ ਉਹਨਾਂ ਦਾ ਉਚੇਚਾ ਯੋਗਦਾਨ ਦਾ ਵੀ ਜ਼ਿਕਰ ਨਹੀਂ ਹੁੰਦਾ। ਬਹੁਤੇ ਹੀ ਜਿਹੜੇ ਉਸ ਧਰਮ ਦੇ ਜੋ ਮੇਲ ਮੈਂਬਰ ਸੀਗੇ, ਉਹਨਾਂ ਦਾ ਹੀ ਧਰਮ ਦੇ ਅੰਦਰ ਬੋਲਬਾਲਾ ਸੀ ਔਰ ਉਹੀ ਉਸ ਨੂੰ ਅੱਗੇ ਚਲਾਉਂਦੇ ਸਨ ਤੇ ਉਸ ਦਾ ਅੱਗੇ ਹੀ ਪ੍ਰਚਾਰ ਪ੍ਰਸਾਰ ਕਰਦੇ ਸਨ। ਲੇਕਿਨ ਇੱਕ ਸਿੱਖ ਧਰਮ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਆਰੰਭ ਵਿੱਚ ਹੀ ਸਾਡੇ ਤੇ ਕਿਰਪਾ ਕੀਤੀ ਤੇ ਬੀਬੀਆਂ ਦੀ ਜੋ ਯੋਗ ਸਥਾਨ ਹੈ ਉਸ ਬਾਰੇ ਸਾਨੂੰ ਆਪਣੇ ਅਵੇਅਰ ਕੀਤਾ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਔਰ ਭੰਡ ਜੰਮੀਏ ਭੰਡ ਨਿਮੀਏ ਦਾ ਉਪਦੇਸ਼ ਦੇ ਕਰਕੇ ਸਾਨੂੰ ਸਮਝਾਇਆ ਕਿ ਔਰਤਾਂ ਬਰਾਬਰ ਦਾ ਹੱਕ ਰੱਖਦੀਆਂ ਹਨ ਔਰ ਬੀਬੀਆਂ ਨੇ, ਧੰਨ ਹਨ ਬੀਬੀਆਂ ਜਿਨ੍ਹਾਂ ਨੇ ਇਸ ਹੱਕ ਨੂੰ ਸਮਝਦਿਆਂ ਹੋਇਆ ਵੀਰਾਂ ਦੇ ਨਾਲ ਮੋਢਾ ਢਾ ਕਰਕੇ ਸੰਘਰਸ਼ ਦੇ ਵਿੱਚ ਔਰ ਪ੍ਰਚਾਰ ਦੇ ਵਿੱਚ, ਪ੍ਰਸਾਰ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ। ਆਪ ਜੀ ਨੇ ਪਿਛਲੇ ਹਫ਼ਤਿਆਂ ਦੇ ਅੰਦਰ ਇਸ ਗੱਲ ਬਾਰੇ ਵੀ ਸੁਣਿਆ ਹੋਵੇਗਾ। ਤੋ ਜਿਵੇਂ ਪਿਛਲੇ ਹਫ਼ਤੇ 'ਚ ਅਸੀਂ ਮਾਤਾ ਤ੍ਰਿਪਤਾ ਜੀ ਔਰ ਮਾਤਾ ਜੋ ਬੇਬੇ ਨਾਨਕੀ ਜੀ ਹਨ, ਉਹਨਾਂ ਦੇ ਬਾਰੇ ਅਸੀਂ ਜੀਵਨ ਨੂੰ ਵਿਚਾਰ ਕੀਤੀ ਸੀ ਆਪ ਜੀ ਦੇ ਨਾਲ। ਔਰ ਅੱਜ ਅਸੀਂ ਉਸ ਤੋਂ ਨਾਲ ਹੀ ਬੀਬੀ ਰੂਪ ਕੌਰ ਜੀ ਜਿਹੜੀ ਕਿ ਗੁਰੂ ਹਰਿਰਾਏ ਸਾਹਿਬ ਜੀ ਦੀ ਜਿਹੜੀ ਹੈ ਉਹ ਸੀਗੀ ਭੈਣ, ਉਹਨਾਂ ਦੀ ਸੀਗੀ, ਉਸ ਦੇ ਬਾਰੇ ਵੀ ਅਸੀਂ ਆਪ ਦੇ ਨਾਲ ਜੀਵਨ ਜਿਹੜਾ ਹੈ ਉਹ ਆਪ ਜੀ ਦੇ ਨਾਲ ਸਾਂਝਾ ਜਿਹੜਾ ਹੈ ਉਹ ਕੀਤਾ ਸੀ। ਤੋ ਉਹਨਾਂ ਦੀ ਜਿਹੜੀ ਹੈ ਜਿਹੜੀ ਗੁਰੂ ਹਰਿਰਾਏ ਸਾਹਿਬ ਦੀ ਉਹ ਬੱਚੀ ਸੀਗੀ ਔਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਔਰ ਜੋ ਰਾਮ ਰਾਏ ਸਨ, ਉਹਨਾਂ ਦੀ ਉਹ ਭੈਣ ਸੀਗੀ ਜਿਹਨੂੰ ਗੁਰੂ ਹਰਿਰਾਏ ਸਾਹਿਬ ਨੇ ਅਡਾਪਟ ਕੀਤਾ ਸੀ। ਤੋ ਉਹਨਾਂ ਦੇ ਜੀਵਨ ਤੋਂ ਸਾਨੂੰ ਕਾਫੀ ਪ੍ਰੇਰਨਾ ਮਿਲਦੀ ਹੈ। ਤੋ ਅੱਜ ਅਸੀਂ ਦੇਖਣਾ ਹੈ ਕਿ ਜੋ ਇਹ ਬੀਬੀਆਂ ਹਨ, ਇਹਨਾਂ ਦਾ ਅੱਗੇ ਜਾ ਕਰਕੇ ਰੋਲ ਜਿਹੜਾ ਹੈ ਅਸੀਂ ਉਹਨੂੰ ਵੀ ਡਿਸਕਸ ਕਰ ਰਹੇ ਹਾਂ। ਮੈਂ ਬੇਨਤੀ ਕਰਾਂ ਕਿ ਉਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਦੇ ਜੀਵਨ ਦੇ ਉੱਪਰ ਅੱਜ ਅਸੀਂ ਆਪ ਜੀ ਦੇ ਨਾਲ ਵਿਚਾਰ ਕਰਨੀ ਹੈ। ਤੋ ਮੈਂ ਬੇਨਤੀ ਕਰਾਂਗਾ ਕਿ ਮਾਤਾ ਗੁਜਰ ਕੌਰ ਜੀ ਦੀ ਜਿਹੜੀ ਸਟੇਟਸ ਹੈ, ਜਿਹੜੀ ਉਹਦੀ ਪਰਸਨੈਲਿਟੀ ਉਹਨਾਂ ਦੀ ਔਰ ਜਿਹੜੀ ਉਹਨਾਂ ਦੀ ਸਥਾਨ ਹੈ ਉਹ ਬੜੀ ਨਿਵੇਕਲਾ ਸਥਾਨ ਹੈ। ਜਿਵੇਂ ਬੇਬੇ ਮਾਤਾ ਭਾਨੀ ਜੀ ਤੋਂ ਬਾਅਦ
ਸਾਰੇ ਤਕਰੀਬਨ ਬਹੁਤੇ ਜਿਹੜੇ ਗੁਰੂ ਸਾਹਿਬਾਨ ਦੇ ਨਾਲ ਸੰਬੰਧ ਹੈ ਤੇ ਉਹ ਮਾਤਾ ਗੁਜਰ ਕੌਰ ਜੀ ਦਾ ਰਿਹਾ। ਤੋ ਮਾਤਾ ਗੁਜਰ ਕੌਰ ਜੀ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਿਹੜੇ ਬੇਟੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਸੁਪਤਨੀ ਸਨ, ਉੱਥੇ ਹੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਸੁਪਤਨੀ ਸਨ। ਔਰ ਮਾਤਾ ਜਿਹੜੇ ਹਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਔਰ ਫਿਰ ਉਹਨਾਂ ਦੇ 4 ਸਾਹਿਬਜ਼ਾਦੇ ਜਿਹੜੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ, ਉਹਨਾਂ ਦੀ ਵੀ ਇੱਕ ਤਰੀਕੇ ਨਾਲ ਮੈਂਟੋਰ, ਉਹਨਾਂ ਨੂੰ ਬਚਪਨ ਦੇ ਵਿੱਚ ਪੂਰੀ ਤਰ੍ਹਾਂ ਗੁਰਮਤਿ ਗੁੜਤੀ ਦੇਣ ਵਾਲੀ ਮਾਤਾ ਗੁਜਰ ਕੌਰ ਜੀ ਸਨ। ਔਰ ਇੱਕ ਦਾਦੀ ਦਾ ਕਿੰਨਾ ਮਤਲਬ ਅੱਛਾ ਰੋਲ ਹੋ ਸਕਦਾ ਹੈ, ਉਹ ਅਸੀਂ ਅੱਜ ਉਹਨਾਂ ਦੇ ਜੀਵਨ ਵਿੱਚ ਦੇਖਾਂਗੇ। ਔਰ ਸਾਡੇ ਜੋ ਅੱਜ ਕੱਲ੍ਹ ਦੇ ਮੌਜੂਦਾ ਦਾਦੀਆਂ, ਦਾਦੇ, ਨਾਨਾ, ਨਾਨੀਆਂ ਹਨ, ਉਹਨਾਂ ਨੂੰ ਮਾਤਾ ਗੁਜਰ ਕੌਰ ਜੀ ਦੇ ਜੀਵਨ ਤੋਂ ਬੜੀ ਪ੍ਰੇਰਨਾ ਜਿਹੜੀ ਹੈ ਉਹ ਮਿਲਦੀ ਹੈ। ਤੋ ਅਸੀਂ ਦੇਖਿਆ ਕਿ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਜਨਮ ਹੈ ਉਹ ਭਾਈ ਲਾਲ ਚੰਦ ਜੀ ਜਿਹੜੇ ਕਰਤਾਰਪੁਰ ਜ਼ਿਲ੍ਹਾ ਦੇ ਜਲੰਧਰ ਦੇ ਨਿਵਾਸੀ ਸਨ, ਔਰ ਉਹਨਾਂ ਦੀ ਜਿਹੜੀ ਸੁਪਤਨੀ ਸੀ ਮਾਤਾ ਬਿਸ਼ਨ ਕੌਰ ਜੀ ਦੀ, ਉਹਨਾਂ ਦੀ ਕੁੱਖੋਂ ਜਿਹੜੀ ਹੈ ਗੁਜਰੀ ਜੀ ਦਾ ਜਿਹੜਾ ਅੰਮ੍ਰਿਤ ਛਕਣ ਤੋਂ ਪਹਿਲਾਂ ਨਾਂ ਗੁਜਰੀ ਸੀਗਾ, ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਜਨਮ ਹੁੰਦਾ। ਤੋ ਆਪ ਜੀ ਦਾ ਜਨਮ ਕਦੋਂ ਹੋਇਆ, ਡੇਟ ਆਫ ਬਰਥ ਵਗੈਰਾ ਦੇ ਬਾਰੇ ਕੁਝ ਇਤਿਹਾਸ ਦੇ ਵਿੱਚੋਂ ਜ਼ਿਆਦਾ ਪੱਕੀ ਜਾਣਕਾਰੀ ਨਹੀਂ ਮਿਲਦੀ ਹੈ, ਲੇਕਿਨ ਇੰਨੀ ਜਾਣਕਾਰੀ ਜ਼ਰੂਰ ਮਿਲਦੀ ਹੈ ਕਿ ਉਹਨਾਂ ਦਾ ਜਿਹੜਾ ਜਨਮ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਉਹ 2 ਸਾਲ ਛੋਟੇ ਸਨ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਜਿਹੜਾ ਹੈ ਉਹ ਅਪ੍ਰੈਲ 1621 ਦਾ ਇਤਿਹਾਸਕਾਰ ਮੰਨਦੇ ਹਨ। ਤੋ ਉਹਦੇ ਹਿਸਾਬ ਨਾਲ ਮਾਤਾ ਗੁਜਰ ਕੌਰ ਜੀ ਦਾ ਜਨਮ ਜਿਹੜਾ ਹੈ ਉਹ ਸਨ 1623 ਦਾ ਜਿਹੜਾ ਹੈ ਮੰਨਿਆ ਜਾਂਦਾ ਹੈ। ਇਹ ਜੋ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ, ਇਹ ਬੀਬੀ ਸਿਮਰਨ ਕੌਰ ਜੀ ਨੇ ਆਪਣੀ ਪੁਸਤਕ ਪ੍ਰਸਿੱਧ ਸਿੱਖ ਬੀਬੀਆਂ ਵਿੱਚ ਇਹ ਜਿਹੜੀ ਜਾਣਕਾਰੀ ਉਹਨਾਂ ਦੇ ਜਨਮ ਦੇ ਬਾਰੇ ਸਾਨੂੰ ਦਿੱਤੀ ਹੈ। ਤੋ ਭਾਈ ਲਾਲ ਚੰਦ ਜੀ ਪਹਿਲਾਂ ਤਾਂ ਜਿਹੜੇ ਉਹਨਾਂ ਦਾ ਪਰਿਵਾਰ ਸੀ ਉਹ ਲਖਨਊ ਜ਼ਿਲ੍ਹਾ ਅੰਬਾਲੇ ਦੇ ਵਿੱਚ ਰਹਿੰਦੇ ਸਨ, ਔਰ ਉਸ ਤੋਂ ਬਾਅਦ ਉਹ ਇੱਥੋਂ ਜਲੰਧਰ ਦੇ ਕੋਲ ਜਿਹੜਾ ਕਰਤਾਰਪੁਰ ਸਾਹਿਬ ਹੈ, ਇੱਕ ਕਰਤਾਰਪੁਰ ਸਾਹਿਬ ਜਿਹੜਾ ਰਾਵੀ ਤੋਂ ਪਾਰ ਪਾਕਿਸਤਾਨ ਵਿੱਚ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜ਼ਿੰਦਗੀ ਦੇ ਅੰਤਲੇ ਸਮੇਂ ਜਿਹੜੇ ਹਨ ਸਾਲ ਗੁਜ਼ਾਰੇ ਸਨ, ਔਰ ਇਸ ਜਗ੍ਹਾ ਦਾ ਨਾਮ ਹੀ ਕਰਤਾਰਪੁਰ ਹੈ ਜਿਹੜਾ ਜਲੰਧਰ ਦੇ ਕੋਲ ਹੈ। ਤੋ ਇੱਥੇ ਭਾਈ ਲਾਲ ਚੰਦ ਜੀ ਆਪਣੇ ਬੇਟਾ ਕਿਰਪਾਲ ਚੰਦ ਔਰ ਉਹਨਾਂ ਦਾ ਵੱਡਾ ਲੜਕਾ ਜਿਹੜਾ ਮੇਹਰ ਚੰਦ ਸੀ, ਉਹਨੂੰ ਲਖਨਊ ਜਿਹੜੇ ਹਨ ਆ ਕੇ ਇੱਥੇ ਟਿਕ ਗਏ ਆ ਕੇ ਲਖਨਊ ਵਿਖੇ। ਪਰ ਉਹਨਾਂ ਦਾ ਵੱਡਾ ਲੜਕਾ ਮੇਹਰ ਚੰਦ ਜਿਹੜਾ ਹੈ ਉਹ ਉਹਨਾਂ ਦੇ ਨਾਲ ਇੱਥੇ ਕਰਤਾਰਪੁਰ ਨਹੀਂ ਆਇਆ, ਉਹ ਲਖਨਊ ਵਿੱਚ ਹੀ ਟਿਕਾ ਰਿਹਾ। ਤੋ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਸੂਰਜਮਲ ਜੀ ਦਾ ਜਿਹੜੀ ਹੈ ਉਹ ਸ਼ਾਦੀ ਦਾ ਵਿਆਹ ਦੀ ਬਰਾਤ ਗਈ, ਤਾਂ ਜਦੋਂ ਉਹ ਬਰਾਤ ਪਹੁੰਚੀ ਤਾਂ ਗੁਰੂ ਮਾਤਾ ਗੁਜਰ ਕੌਰ ਜੀ ਦੇ ਪਿਤਾ ਜੀ ਭਾਈ ਲਾਲ ਚੰਦ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਨਾਲ ਵਿਆਹ ਵਿੱਚ ਗਏ ਸਨ ਉਸ ਵੇਲੇ, ਉਹਨਾਂ ਨੂੰ ਪਸੰਦ ਕਰ ਲਿਆ ਤੇ ਉਹਨਾਂ ਦੇ ਕਿਹਾ ਵੀ ਅਸੀਂ ਇਹਨਾਂ ਦੀ ਮੰਗਣੀ ਜਿਹੜੀ ਹੈ ਮਾਤਾ ਗੁਜਰੀ ਜੀ ਦੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉੱਥੇ ਕਰ ਦਿੱਤੀ ਗਈ। ਔਰ 1634 ਕਈਆਂ ਨੇ 1632 ਤੇ ਕਈਆਂ ਨੇ 1633 ਵੀ ਲਿਖਿਆ ਹੈ ਇਤਿਹਾਸਕਾਰਾਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਤੇਗ ਬਹਾਦਰ ਜਾਂ ਤਿਆਗਮਲ ਸਨ, ਤਾਂ ਉਹਨਾਂ ਦਾ ਜਿਹੜਾ ਆਨੰਦ ਕਾਰਜ ਜਾਂ ਵਿਆਹ ਮਾਤਾ ਗੁਜਰ ਕੌਰ ਜੀ ਦੇ ਨਾਲ ਕਰ ਦਿੱਤਾ ਗਿਆ। ਔਰ ਇੱਥੇ ਇਤਿਹਾਸ ਵਿੱਚ ਇੱਕ ਜ਼ਿਕਰ ਹੁੰਦਾ ਹੈ ਕਿ ਜਿਹਦੇ ਚੋਂ ਮਾਤਾ ਗੁਜਰ ਕੌਰ ਜੀ ਦੀ ਪਰਸਨੈਲਿਟੀ ਜਿਹੜੀ ਹੈ, ਦਲੇਰੀ ਜਿਹੜੀ ਹੈ ਔਰ ਸਹਿਨਸ਼ੀਲਤਾ ਜਿਹੜੀ ਹੈ, ਪੱਕੇ ਜੀਵਨ ਦੀ ਪਕਿਆਈ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਸ ਵੇਲੇ ਲਾਹੌਰ ਦੇ ਸੂਬੇਦਾਰ ਨੇ ਕਰਤਾਰਪੁਰ ਸਾਹਿਬ ਦੇ ਉੱਪਰ ਹਮਲਾ ਕਰ ਦਿੱਤਾ, ਤਾਂ ਉਸ ਵੇਲੇ ਤਿਆਗਮਲ ਦੇ ਰੂਪ ਦੇ ਅੰਦਰ ਬੜਾ ਭਰਮਾ ਜਿਹੜਾ ਹੈ ਉਹ ਤਲਵਾਰ ਦੇ ਜੋਹਰ ਉਹਨਾਂ ਨੇ ਦਿਖਾਏ। ਔਰ ਜਿਸ ਵੇਲੇ ਜੰਗ ਹੋ ਰਿਹਾ ਸੀਗਾ ਤੇ ਉਹ ਘਰ ਦੇ ਨੇੜੇ ਹੀ ਜੰਗ ਕਿਤੇ ਹੋ ਰਿਹਾ ਸੀ, ਕਿਉਂਕਿ ਉਹਨਾਂ ਨੇ ਆ ਕੇ ਕਰਤਾਰਪੁਰ ਸਾਹਿਬ ਦੇ ਉੱਪਰ ਹੀ ਹਮਲਾ ਕਰ ਦਿੱਤਾ ਸੀ। ਤੇ ਉੱਥੇ ਆਪਣੇ ਘਰ ਦੇ ਵਿੱਚੋਂ ਛੱਤ ਦੇ ਉੱਤੋਂ ਜਿਹੜੇ ਗੁਜਰ ਕੌਰ ਜੀ ਹਨ, ਮਾਤਾ ਗੁਜਰੀ ਜੀ ਹਨ, ਉਹਨਾਂ ਨੇ ਆਪਣੇ ਪਤੀ ਨੂੰ ਭਾਈ ਤੇਗ ਬਹਾਦਰ ਸਾਹਿਬ ਜੀ ਨੂੰ ਮੈਦਾਨੇ ਜੰਗ ਦੇ ਅੰਦਰ ਤਲਵਾਰ ਦੇ ਜ਼ੋਰ ਦਿਖਾਉਂਦੇ ਦੇਖਿਆ ਔਰ ਬੜਾ ਹੀ ਆਪਣੇ ਮਨ ਦੇ ਵਿੱਚ ਫਖਰ ਮਹਿਸੂਸ ਕੀਤਾ, ਲੇਕਿਨ ਘਬਰਾਏ ਨਹੀਂ, ਕਿਉਂਕਿ ਜਿਵੇਂ ਅੱਜ ਕੱਲ੍ਹ ਦੀ ਕੋਈ
ਜਨਾਨੀਆਂ ਹੋਣ ਤਾਂ ਕਿਤੇ ਥੋੜਾ ਬਹੁਤਾ ਵੀ ਉਹਨਾਂ ਦੇ ਘਰ ਵਾਲੇ ਦਾ ਕਿਤੇ ਝਗੜਾ ਹੋ ਜਾਏ ਤਾਂ ਉਹ ਬਿਲਕੁਲ ਇੱਕਦਮ ਹੌਂਸਲੀਆਂ ਜਿਹੀਆਂ ਹੋ ਜਾਂਦੀਆਂ ਹਨ ਤੇ ਉਹਨਾਂ ਨੂੰ ਕੋਈ ਸੁਝਦਾ ਨਹੀਂ ਹੈ। ਲੇਕਿਨ ਉੱਥੇ ਮਾਤਾ ਗੁਜਰੀ ਜੀ ਨੇ ਬੜਾ ਹੀ ਫਖਰ ਮਹਿਸੂਸ ਕੀਤਾ ਕਿ ਮੇਰਾ ਐਸੇ ਸੂਰਬੀਰ ਦੇ ਨਾਲ ਮੇਰਾ ਵਿਆਹ ਹੋਇਆ ਹੈ ਜਿਹੜੇ ਕਿ ਤਲਵਾਰ ਦੇ ਵੀ ਧਨੀ ਹਨ। ਤੇ ਇਸ ਦੇ ਨਾਲ ਹੀ ਆਪ ਬਿਲਕੁਲ ਪ੍ਰਸੰਨਚਿਤ ਰਹੇ ਔਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਜਿਸ ਵੇਲੇ ਉਹ ਜੰਗ ਜਿਹੜੀ ਹੈ ਉਹ ਖਤਮ ਹੋਈ। ਔਰ ਫਿਰ ਦੂਜੇ ਦਿਨ ਹੀ ਉਹ ਜੰਗ ਜਿਹੜੀ ਹੈ ਫਗਵਾੜੇ ਦੇ ਨੇੜੇ ਫਿਰ ਹੋਈ। ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਆਗਮਾਲ ਦੇ ਰੂਪ ਦੇ ਅੰਦਰ ਆਪਣੇ ਜੋਹਰ ਦਿਖਾਏ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਖੁਸ਼ ਹੋ ਕਰਕੇ ਉਸ ਤਿਆਗਮਾਲ ਤੋਂ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਤੋਂ ਇਸ ਤੇ ਵੀ ਜਿਹੜਾ ਹੈ ਉਹਨਾਂ ਦੀ ਸ਼ਖਸੀਅਤ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਵਧੀ ਤੋਂ ਮਾਤਾ ਗੁਜਰੀ ਜੀ ਨੇ ਬੜਾ ਉਸ ਦੇ ਉੱਪਰ ਆਪਣੀ ਖਾਸ ਇੱਕ ਪ੍ਰਭਾਵ ਆਇਆ ਕਿ ਕਿੰਨੇ ਮਤਲਬ ਮਾਨ ਪ੍ਰਾਪਤ ਹੋਈ ਹੈ ਮੇਰੇ ਪਤੀ ਨੂੰ। ਤੇ ਆਪਣੇ ਜਿਸ ਤਰ੍ਹਾਂ ਦਾ ਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਵੀ ਦੇਖਦੇ ਹਾਂ ਔਰ ਬਹੁਤ ਘੱਟ ਜਿਹੜੇ ਹਨ ਉਹਨਾਂ ਦੇ ਜੀਵਨ ਵਿੱਚ ਸ਼ਖਸੀਅਤ ਇਹ ਹੁੰਦੀ ਹੈ ਕਿ ਬਹੁਤ ਘੱਟ ਬੋਲਦੇ ਸਨ। ਤਾਂ ਉਸ ਤਰ੍ਹਾਂ ਹੀ ਸੁਭਾਅ ਜਿਹੜਾ ਹੈ ਮਾਤਾ ਗੁਜਰ ਕੌਰ ਜੀ ਨੇ ਵੀ ਆਪਣਾ ਢਾਲ ਲਿਆ ਤੇ ਉਹਨਾਂ ਨੇ ਵੀ ਬਿਲਕੁਲ ਉਸੇ ਤਰੀਕੇ ਨਾਲ ਆਪਣਾ ਪ੍ਰਭੂ ਸਿਮਰਨ ਵਾਲੇ ਪਾਸੇ ਚਿੱਤ ਰੱਖਿਆ ਔਰ ਬਹੁਤ ਹੀ ਆਪਣੇ ਨਾਲ ਪ੍ਰੇਮ ਪਿਆਰ ਉਹਨਾਂ ਦੇ ਨਾਲ ਵਧਿਆ ਰਿਹਾ। ਫਿਰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਬਾਅਦ ਉਹ ਆਪਣੇ ਮਾਤਾ ਜਿਹੜੀ ਉਹਨਾਂ ਦੇ ਘਰੋਂ ਸਨ ਨਾਨਕੀ ਜੀ, ਮਾਤਾ ਨਾਨਕੀ ਜੀ, ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਤੁਸੀਂ ਹੁਣ ਇੱਥੋਂ ਜਿਹੜੇ ਹਨ ਉਹ ਤੇਗ ਬਹਾਦਰ ਜੀ ਨੂੰ ਔਰ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਆਪਣੇ ਪਿੰਡ ਜਿਹੜੇ ਹਨ ਉਹ ਬਕਾਲੇ ਚਲੇ ਗਏ ਔਰ ਜਿਸੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਹੜਾ ਹੈ ਇਸ ਆਗਿਆ ਨੂੰ ਪੂਰਾ ਜਿਹੜਾ ਪਾਲਣਾ ਕੀਤੀ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਜੋਤ ਸਮਾ ਗਏ ਤੇ ਬਕਾਲੇ ਆ ਕਰਕੇ, ਕਿਉਂਕਿ ਬਕਾਲਾ ਜਿਹੜਾ ਸੀ ਉਹ ਮਾਤਾ ਨਾਨਕੀ ਜੀ ਦਾ ਪੇਕੇ ਘਰ ਸੀ, ਉਹਨਾਂ ਦੇ ਮਾਤਾ ਪਿਤਾ ਉੱਥੇ ਦੇ ਸਨ। ਤੋਂ 1644 ਦੇ ਆਰੰਭਕ ਮਹੀਨਿਆਂ ਵਿੱਚ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਤੇ ਜਿਹੜੀ ਔਰ ਮਾਤਾ ਜਿਹੜੀ ਸੱਸ ਸੀ ਉਹਨਾਂ ਸਮੇਤ ਬਕਾਲੇ ਆ ਗਏ ਤੇ ਜਿਸ ਨੂੰ ਹੁਣ ਅਸੀਂ ਬਾਬਾ ਬਕਾਲਾ ਕਹਿੰਦੇ ਹਾਂ। ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਹੁਤਾ ਸਮਾਂ ਜਿਵੇਂ ਪ੍ਰਭੂ ਦੀ ਸਿਫਤ ਸਲਾਹ ਵਿੱਚ ਗੁਜ਼ਾਰਦੇ ਸਨ ਜਾਂ ਜਿਹੜੇ ਨਾਲ ਆਉਂਦੇ ਗੁਰਸਿੱਖ ਸਨ ਉਹਨਾਂ ਨੂੰ ਮਿਲਦੇ ਸਨ ਔਰ ਗੁਰਮਤਿ ਵਿਚਾਰਾਂ ਕਰਦੇ ਸਨ, ਉਹਨਾਂ ਨੂੰ ਸੇਧਾਂ ਦਿੰਦੇ ਸਨ। ਤੋਂ ਮਾਤਾ ਗੁਜਰੀ ਜੀ ਵੀ ਪਰਿਵਾਰ ਦੇ ਵਿੱਚ ਆਏ ਗਏ ਦੀ ਰੱਜ ਕੇ ਸੇਵਾ ਕਰਦੇ ਤੇ ਸੇਵਾ ਦੇ ਵਿੱਚ ਹੀ ਉਹ ਲੀਨ ਰਹਿੰਦੇ। ਤੇ ਜਿਵੇਂ ਕਿ ਆਮ ਅਸੀਂ ਦੇਖਦੇ ਹਾਂ ਕਿ ਜਿਹੜੀ ਵੀ ਨਵੀਂ ਵਿਆਹੀ ਜਿਹੜੀ ਔਰਤ ਹੁੰਦੀ ਹੈ ਉਹਦੇ ਮਨ ਦੇ ਵਿੱਚ ਇੱਕ ਕਾਮਨਾ ਹੁੰਦੀ ਹੈ ਕਿ ਮੈਂ ਛੇਤੀ ਹੀ ਮਾਂ ਬਣਾ। ਲੇਕਿਨ ਜਿਵੇਂ ਪ੍ਰਮਾਤਮਾ ਦੀ ਰਜ਼ਾ ਸੀ, ਮਾਤਾ ਗੁਜਰ ਕੌਰ ਜੀ ਨੂੰ ਕਾਫੀ ਸਾਲ ਜਿਹੜਾ ਹੈ ਉਹ ਪੁੱਤਰ ਜਾਂ ਪੁੱਤਰੀ ਦੀ ਬੱਚੇ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋਈ। ਲੇਕਿਨ ਮਾਤਾ ਗੁਜਰ ਕੌਰ ਜੀ ਪ੍ਰਭੂ ਦੇ ਭਾਣੇ ਵਿੱਚ ਰਹੇ ਤੇ ਉਹਨਾਂ ਨੇ ਕੋਈ ਇਸ ਗੱਲ ਬਾਰੇ ਕਦੇ ਝਗੜਾ ਕਿਸੇ ਨਾਲ ਨਹੀਂ ਪਾਇਆ, ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ। ਲੇਕਿਨ ਉਸ ਦੀ ਰਾਜੀ ਹੋਏ ਰਜਾ ਦੇ ਵਿੱਚ ਰਾਜੀ ਰਹੇ। ਤੋਂ ਇੱਕ ਬਹੁਤ ਵੱਡੀ ਜਿਹੜੀ ਹੈ ਦਾਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਮਾਂ ਬਿਤਾਉਣ ਨਾਲ ਮਾਤਾ ਗੁਜਰ ਕੌਰ ਜੀ ਨੂੰ ਵੀ ਪ੍ਰਾਪਤ ਹੋਈ। ਤੋਂ 12 ਕੁ ਸਾਲ ਤਕਰੀਬਨ ਪਰਿਵਾਰਕ ਮੈਂਬਰਾਂ ਦੇ ਨਾਲ ਔਰ ਕੁਝ ਗੁਰਸਿੱਖਾਂ ਸਮੇਤ ਕੁਰੂਖੇਤਰ, ਹਰਿਦੁਆਰ, ਗੜ੍ਹ ਸ਼ੰਕਰ ਤੇ ਮੁਕਤੇਸ਼ਵਰ ਦੀ ਜਿਹੜੀ ਹੈ ਪ੍ਰਚਾਰ ਦੌੜੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਹਨ ਨਿਕਲਦੇ ਹਨ। ਔਰ ਖਾਸੀਅਤ ਜਿਹੜੀ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਮਾਤਾ ਗੁਜਰ ਕੌਰ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਨਾਨਕੀ ਜੀ ਵੀ ਇਸ ਪ੍ਰਚਾਰ ਦੌਰੇ ਦੇ ਵਿੱਚ ਸ਼ਾਮਲ ਹੁੰਦੇ ਸਨ। तो ये जो प्रचारक दौरा कुरुक्षेत्र, हरिद्वार और गढ़ मुक्तेश्वर वाले पासे किया गया तो इतने माता नानकी जी और माता गुजर कौर जी भी उन्होंने नाल गए। और फिर उस तो बाद 2 कुछ साल मुड़ के बकाले आके टिके तो फिर गुरु तेग बहादुर साहब जी पूर्वी भारत के दौरे ते गए, पर उत्थे माता नानकी जी ते माता गुजर कौर जी उत्थे ही बकाले ही टिके गए। उन्होंने ये आदेश करके गुरु तेग बहादुर साहब जी गए ਤੇ ਗੁਰੂ ਬਣਨ ਤੋਂ ਬਾਅਦ 1664-65 ਵਿੱਚ ਗੁਰੂ ਜੀ ਨੇ ਤੇਗ ਬਹਾਦਰ ਸਾਹਿਬ ਜੀ ਨੇ ਮਾਝੇ ਮਾਲਵੇ ਦੇ ਵਿੱਚ 6 ਕੁ ਮਹੀਨੇ ਦੀ ਪ੍ਰਚਾਰ ਫੇਰੀ ਲਾਈ ਤੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨਾਲ ਹੀ ਸਨ। ਤੋਂ ਇਸ ਤੋਂ ਪਹਿਲਾਂ ਜਿਹੜੀ
ਇਹ ਵੀ ਘਟਨਾ ਵਾਪਰ ਜਾਂਦੀ ਹੈ ਕਿ ਜਦੋਂ ਗੁਰਲਾਦੋ ਦਾ ਜਿਹੜਾ ਹੈ ਉਹ ਜਿਹੜੀ ਘਟਨਾ ਵਾਪਰਦੀ ਹੈ, और फिर ਧੀਰਮਲ ਨੇ ਸ਼ੀਹੇ ਮਸੰਦ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਵੀ ਚਲਾਈ। तो उस वेले भी बड़े ही अडोल चित माता गुजरी जी रहे और बिल्कुल मन ਨੂੰ ਡੋਲਣ ਨਹੀਂ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਅਕਤੂਬਰ 1665 ਵਿੱਚ ਜਿਹੜੇ ਹਨ ਉਹ ਦੁਬਾਰਾ ਪੂਰਬ ਨਾਰਥ ਈਸਟ ਵਾਲੇ ਪਾਸੇ ਪ੍ਰਚਾਰ ਵਿੱਚ ਗਏ ਔਰ ਹੋਰ ਜਿਹੜੇ ਨਾਲ ਗੁਰਸਿੱਖ ਸਨ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਵੀ ਉਹਨਾਂ ਦੇ ਨਾਲ ਸਨ। ਪਰ ਕਿਉਂਕਿ ਮਾਤਾ ਗੁਜਰ ਕੌਰ ਜੀ ਐਕਸਪੈਕਟੈਂਟ ਸਨ ਉਸ ਵੇਲੇ, ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਪਟਨਾ ਵਿਖੇ ਹੀ ਜਿਹੜਾ ਵਿਸਰਾਮ ਕਰਨ ਲਈ ਕਿਹਾ ਤੇ ਆਪ ਉਹ ਅਸਾਮ ਵਾਲੇ ਪਾਸੇ ਪ੍ਰਚਾਰ ਵਾਲੇ ਪਾਸੇ ਗਏ। तो जिवें आप सब ਨੂੰ पता है कि गुरु तेग बहादुर साहब जी ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਜੋ ਸਾਹਿਬਜ਼ਾਦਾ ਗੋਬਿੰਦ ਰਾਏ ਦੇ ਰੂਪ ਅੰਦਰ ਆਪ ਜੀ ਦਾ ਜਨਮ ਦਸੰਬਰ 1666 ਵਿੱਚ ਹੋਇਆ। तो एक गल मैं ਇੱਥੇ ਹੋਰ ਬੇਨਤੀ ਕਰਨਾ ਚਾਹਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਦ੍ਰਿੜਤਾ ਹੈ ਉਹ ਕਿੰਨੀ ਸੀ, ਪ੍ਰਚਾਰ ਵਾਲੇ ਪਾਸੇ ਉਹਨਾਂ ਦੀ ਕਿੰਨੀ ਕਮਿਟਮੈਂਟ ਸੀ। ਕਿ ਜਦੋਂ ਉਹ ਅਸਾਮ ਦੇ ਪ੍ਰਚਾਰ ਤੇ ਗਏ ਹਨ ਔਰ ਪਿੱਛੋਂ ਉਹਨਾਂ ਦਾ ਘਰ ਕਿੰਨੇ ਸਾਲਾਂ ਬਾਅਦ ਜਿਹੜਾ ਹੈ ਉਹ ਬੇਟੇ ਦਾ ਜਨਮ ਹੋਇਆ ਹੈ, ਲੇਕਿਨ ਉਹਨਾਂ ਨੇ ਪ੍ਰਚਾਰ ਨੂੰ ਵਿੱਚੇ ਛੱਡ ਕੇ ਤੇ ਵਾਪਸ ਨਹੀਂ ਆ ਗਏ ਕਿ ਮੈਂ ਜਾਵਾਂ ਵਾਪਸ ਜਾ ਕੇ ਆਪਣੇ ਮੁੰਡੇ ਦਾ ਮੂੰਹ ਵੇਖਾਂ ਤੇ ਪ੍ਰਚਾਰ ਤੇ ਫਿਰ ਹੁੰਦਾ ਰਹੇਗਾ। ਲੇਕਿਨ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਗੱਲ ਨੂੰ ਬਿਲਕੁਲ ਹੀ ਆਪਣੀ ਪ੍ਰਾਇੋਰਟੀ ਤੇ ਰੱਖਿਆ, ਟਾਪ ਪ੍ਰਾਇੋਰਟੀ ਤੇ ਰੱਖਿਆ ਔਰ ਪ੍ਰਚਾਰਕ ਦੌਰ ਦੇ ਵਿੱਚ ਲੱਗੇ ਰਹੇ। ਔਰ ਫਿਰ ਜਦੋਂ ਉਹ ਆਏ ਤਾਂ ਉਹ ਪਟਨਾ ਸਾਹਿਬ ਨਹੀਂ ਗਏ, ਉਹਨਾਂ ਨੇ ਸਿੱਧਾ ਹੀ ਕਿਹਾ ਕਿ ਹੁਣ ਤੁਸੀਂ ਜਿਹੜੇ ਹਨ ਅਸੀਂ ਪ੍ਰਚਾਰ ਦੌਰੇ ਤੇ ਹਾਂ ਤੇ ਤੁਸੀਂ ਇਸ ਬਾਲਕ ਦੀ ਪੂਰੀ ਤਰ੍ਹਾਂ ਸੰਭਾਲ ਕਰਨੀ ਹੈ। ਤੇ ਫਿਰ ਮਾਤਾ ਗੁਜਰ ਕੌਰ ਜੀ ਔਰ ਉਹਨਾਂ ਦੇ ਬ੍ਰਦਰ ਜਿਹੜੇ ਸਨ ਭਰਾ ਕਿਰਪਾਲ ਚੰਦ ਜੀ ਜਿਹੜੇ ਸਨ ਉਹ ਵੀ ਨਾਲ, ਤੇ ਹੋਰ ਜਿਹੜੇ ਹਨ ਸਿੰਘ ਹਨ ਉਹ ਅਨੰਦਪੁਰ ਸਾਹਿਬ ਚੱਕ ਨਾਨਕੀ ਵਿੱਚ ਪਹੁੰਚ ਜਾਂਦੇ ਹਨ। ਤੇ ਉੱਥੇ ਕਿਉਂਕਿ ਹਾਲਾਤ ਜਿਹੜੇ ਸਨ ਉਹ ਬੜੇ ਵਿਗੜ ਚੁੱਕੇ ਸਨ, ਤੋਂ 66 ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਹੈ, ਉਹਨਾਂ ਨੂੰ ਅਨੰਦਪੁਰ ਸਾਹਿਬ ਵਿਖੇ ਹੀ ਜਿਹੜੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਿਲਦੇ ਹਨ ਔਰ ਉਹਨਾਂ ਨੂੰ ਬੜਾ ਹੀ ਪ੍ਰੇਮ ਪਿਆਰ ਕਰਦੇ ਹਨ। तो गुरु तेग बहादुर साहब जी ਦੀ ਜੋ ਉਸ ਸਮੇਂ ਦੇ ਉਸ ਅਨੰਦਪੁਰ ਸਾਹਿਬ ਦੇ ਹਾਲਾਤ ਸਨ ਉਹ ਇਸ ਤਰੀਕੇ ਦੇ ਸਨ ਕਿ ਔਰੰਗਜ਼ੇਬ ਜ਼ਬਰਦਸਤੀ ਕਰ ਰਿਹਾ ਸੀ ਹਿੰਦੂਆਂ ਨੂੰ ਕਨਵਰਟ ਕਰਨ ਵਾਸਤੇ। ਜੰਮੂ ਕਸ਼ਮੀਰ ਦੇ ਅੰਦਰ, ਕਸ਼ਮੀਰ ਵਿੱਚ ਵੀ ਬ੍ਰਾਹਮਣਾਂ ਨੂੰ ਕਨਵਰਟ ਕਰਨ ਵਾਸਤੇ ਬੜਾ ਜ਼ੋਰ ਲਗਾ ਰਿਹਾ ਸੀ, ਉਹਨਾਂ ਦੇ ਅਤਿਆਚਾਰ ਕਰ ਰਿਹਾ ਸੀਗਾ। ਤੇ ਉਤੋਂ ਵੀ ਜਿਹੜਾ ਇੱਕ ਡੈਲੀਗੇਸ਼ਨ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਅਨੰਦਪੁਰ ਸਾਹਿਬ ਆਇਆ ਤੇ ਉਸ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਉਹਨਾਂ ਦੀ ਇਹ ਪ੍ਰੋਬਲਮ ਨੂੰ ਸੁਣਿਆ ਤੇ ਉਸ ਪ੍ਰੋਬਲਮ ਦੇ ਵਿੱਚ ਜਦੋਂ ਉਹਨਾਂ ਨੂੰ ਕਿਹਾ ਵੀ ਕੋਈ ਤਰੀਕਾ ਦੱਸੋ ਵੀ ਅਸੀਂ ਕਿਸ ਤਰੀਕੇ ਨਾਲ ਤੁਹਾਡੇ ਧਰਮ ਦੀ ਰੱਖਿਆ ਕਰ ਸਕਦੇ ਹਾਂ, ਤਾਂ ਉਸ ਵੇਲੇ ਉਹਨਾਂ ਕਿਹਾ ਵੀ ਇਹੀ ਹੈ ਕਿ ਜੇ ਕੋਈ ਸਾਡੀ ਬਾਹ ਪਕੜੇ ਤੇ ਸਾਡੇ ਵਾਸਤੇ ਕੋਈ ਸ਼ਹੀਦੀ ਦੇਵੇ ਤੇ ਤਾਂ ਹੀ ਐਸੀ ਗੱਲ ਹੋ ਸਕਦੀ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਬਹੁਤ ਛੋਟੀ ਸੀ, ਤਕਰੀਬਨ 9 ਸਾਲ ਦੀ ਉਮਰ ਉਸ ਵੇਲੇ ਸੀਗੀ। ਤੇ ਆਉਣ ਵਾਲੇ ਜਿਹੜੇ ਸੰਕਟ ਸਨ ਇਹਨਾਂ ਸਾਰਿਆਂ ਨੂੰ ਪਤਾ ਹੀ ਸੀਗਾ, ਮਾਤਾ ਨਾਨਕੀ ਜੀ ਨੂੰ ਵੀ ਔਰ ਮਾਤਾ ਗੁਜਰ ਕੌਰ ਜੀ ਨੂੰ ਵੀ, ਕਿ ਐਸਾ ਕੁਝ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਰਾਦੇ ਦੇ ਪੱਕੇ ਸਨ ਕਿ ਇਹ ਜਾ ਹੀ ਰਹੇ ਹਨ ਤੇ ਇਹਨਾਂ ਜਾ ਕਰਕੇ ਹੁਣ ਵਾਪਸ ਨਹੀਂ ਪਰਤਣਾ, ਇਹ ਸ਼ਹੀਦੀ ਦੇ ਕਰਕੇ ਹੀ ਆਣਗੇ। ਤੋ ਮਾਤਾ ਗੁਜਰ ਕੌਰ ਜੀ ਨੇ ਵੀ ਬੜੇ ਧੀਰਜ ਵਿੱਚ ਰਹੇ ਤੇ ਨਾਲ ਮਾਤਾ ਨਾਨਕੀ ਜੀ ਨਾਲ ਵੀ ਜਿਹੜੇ ਦੋਨੋਂ ਨੇ ਧੀਰਜ ਵਿੱਚ ਰਹਿ ਕਰਕੇ ਔਰ ਅਗਲੇ ਆਉਣ ਵਾਲੇ ਸਮੇਂ ਦਾ ਸੰਕਟ ਦਾ ਟਾਕਰਾ ਕਰਨ ਲਈ ਆਪਣਾ ਦ੍ਰਿੜ ਨਿਸ਼ਚਾ ਬਣਾਇਆ। ਆਖਰ ਉਹੀ ਗੱਲ ਹੋ ਗਈ ਕਿ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਰਾਖੀ ਲਈ ਜਦੋਂ ਉਹਨਾਂ ਦੀ ਗੱਲ ਬਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਕੜੀ ਤਾਂ ਉਸ ਵੇਲੇ ਜਿਹੜੀ ਸ਼ਹੀਦੀ ਯਾਤਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਰ ਪਏ 1675 ਦੇ ਵਿੱਚ, ਤਕਰੀਬਨ ਸ਼ਾਇਦ ਜੁਲਾਈ ਦਾ ਸਮਾਂ ਸੀਗਾ। ਤੇ ਉਸ ਵੇਲੇ ਵਿਦਾਇਗੀ ਦੇਣ ਸਮੇਂ ਮਾਤਾ ਗੁਜਰੀ ਜੀ ਨੇ ਬੜਾ ਹੌਸਲਾ ਤੇ ਦ੍ਰਿੜਤਾ ਅਤੇ ਨਾਲ ਹੀ ਮਾਤਾ ਨਾਨਕੀ ਜੀ ਨੇ ਵੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ। ਇਸ ਬਾਰੇ ਸੋਮ ਸਿੰਘ ਸੀਤਲ ਜੀ ਆਪਣੀ ਕਿਤਾਬ ਵਿੱਚ ਮੇਰੇ ਇਤਿਹਾਸਕ ਲੈਕਚਰ ਵਿੱਚ ਲਿਖਦੇ ਹਨ
ਕਿ ਭਾਰਤ ਦੀ ਪ੍ਰਤਿਬੱਧਤਾ ਇਸਤਰੀ ਇੰਨਾ ਸਧਾਰਨ ਵਿਛੋੜਾ ਵੀ ਨਹੀਂ ਸਹਾਰ ਸਕਦੀ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਸ਼ਹੀਦ ਹੋਣ ਵਾਸਤੇ ਜਾ ਰਹੇ ਸਨ। ਉਹ ਵਿਦਾਇਗੀ ਮਾਤਾ ਜੀ ਨੇ ਕਿਸ ਹੌਸਲੇ ਨਾਲ ਸਹਾਰੀ ਹੋਏਗੀ, ਇਸ ਬਾਰੇ ਕੇਵਲ ਕਿਆਸ ਹੀ ਕੀਤਾ ਜਾ ਸਕਦਾ ਹੈ। ਔਰ ਇਹ ਵੀ ਅਸੀਂ ਸੋਚ ਸਕਦੇ ਹਾਂ ਕਿ ਕਿੰਨੀ ਮਹਾਨ ਦ੍ਰਿੜ ਇਰਾਦੇ ਵਾਲੇ ਮਾਤਾ ਗੁਜਰ ਕੌਰ ਜੀ ਸਨ। ਤਾਂ ਘਰੋਂ ਚੱਲਣ ਸਮੇਂ 4 ਮਹੀਨਿਆਂ ਮਗਰੋਂ ਹੀ ਕਿ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੇ ਨਾਲ ਗਏ ਹੋਏ ਜਿਹੜੇ 3 ਸਿੰਘ ਹਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਵੀ ਬੜੇ ਤਸੀਹੇ ਦੇ ਕਰਕੇ ਉਹਨਾਂ ਦੀ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ। ਔਰ ਫਿਰ ਸ਼ਹੀਦ ਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਜਿਹੜੀ ਹੈ ਉਹ ਸ਼ਹੀਦ ਕਰ ਦਿੱਤਾ ਗਿਆ। ਤਾਂ ਆਪ ਸਾਰੇ ਇਸ ਇਤਿਹਾਸ ਤੋਂ ਜਾਣੂ ਹੋ ਕਿ ਕਿਵੇਂ ਭਾਈ ਲੱਕੀ ਸ਼ਾਹ ਬੰਜਾਰਾ ਨੇ ਉਹਨਾਂ ਦੇ ਧੜ ਨੂੰ ਚਾਂਦਨੀ ਚੌਂਕ ਵਿੱਚ ਚੁੱਕਿਆ, ਜਿੱਥੇ ਸੀਸਗੰਜ ਸਾਹਿਬ ਗੁਰਦੁਆਰਾ ਦਿੱਲੀ 'ਚ ਹੈ, ਔਰ ਉਸ ਨੂੰ ਆਪਣੇ ਘਰ, ਜਿੱਥੇ ਅੱਜ ਕੱਲ੍ਹ ਰਕਾਬਗੰਜ ਸਾਹਿਬ ਹੈ, ਉੱਥੇ ਰਾਇਸੀਨਾ ਹਿੱਲ ਦੇ ਅੰਦਰ ਆਪਣੇ ਘਰ ਨੂੰ ਅੱਗ ਲਗਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਦੇਹ ਦੀ ਜਿਹੜਾ ਹੈ ਉਹਨਾਂ ਨੇ ਸੰਸਕਾਰ ਕੀਤਾ। ਔਰ ਭਾਈ ਜਾਤਾ ਜੀ ਔਰ ਭਾਈ ਨਾਨੂ ਜੀ ਜਿਹੜੇ ਹਨ, ਉਹ ਮਿਲ ਕਰਕੇ ਉਹਨਾਂ ਨੇ ਜਿਹੜਾ ਹੈ ਸੀਸ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਰਸਤੇ 'ਚ ਪੜਾਅ ਕੱਢਦੇ ਕੱਢਦੇ ਤਰਾਵੜੀ ਹੋ ਕਰਕੇ ਔਰ ਫਿਰ ਰਸਤੇ 'ਚ ਪਿਜੋਕੜਾ ਸਾਹਿਬ ਔਰ ਨਾਭਾ ਸਾਹਿਬ, ਇਹਨਾਂ ਸਾਰੇ ਇਲਾਕਿਆਂ ਤੋਂ ਹੁੰਦੇ ਹੋਏ ਆਪ ਜੀ ਅਨੰਦਪੁਰ ਸਾਹਿਬ ਪਹੁੰਚੇ। ਹੁਣ ਉੱਥੇ ਦਾ ਬੜਾ ਇੱਕ ਜ਼ਬਰਦਸਤ ਜਿਹੜਾ ਹੈ ਸਾਡੇ ਸਾਹਮਣੇ ਮਾਤਾ ਗੁਜਰ ਕੌਰ ਜੀ ਦਾ ਕਰੈਕਟਰ ਜਿਹੜਾ ਹੈ ਉਹ ਸਾਹਮਣੇ ਨਜ਼ਰ ਆਉਂਦਾ ਹੈ ਕਿ ਇਹ ਦੇਖੋ ਜੋ ਵਾਪਰੀਆਂ ਘਟਨਾਵਾਂ ਹਨ, ਆਪਣੇ ਪਤੀ ਦਾ, ਆਪਣੇ ਗੁਰੂ ਦਾ, ਕਿਉਂਕਿ ਮਾਤਾ ਗੁਜਰ ਕੌਰ ਜੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਗੁਰੂ ਹੀ ਸਮਝਦੇ ਸਨ, ਤੇ ਗੁਰੂ ਦਾ ਸੀਸ ਜਿਹੜਾ ਹੈ ਉਹ ਸਾਹਮਣੇ ਹੋਵੇ ਤੇ ਧੜ ਦਾ ਪਤਾ ਨਹੀਂ ਕਿ ਧੜ ਕਿੱਥੇ ਹੈ, ਲੇਕਿਨ ਫਿਰ ਵੀ ਉਸੇ ਮਾਤਾ ਜੀ ਬਿਲਕੁਲ ਨਹੀਂ ਘਬਰਾਏ, ਨਾ ਮਾਤਾ ਨਾਨਕੀ ਜੀ ਘਬਰਾਏ ਹਨ ਤੇ ਨਾ ਹੀ ਮਾਤਾ ਗੁਜਰ ਕੌਰ ਜੀ ਘਬਰਾਏ ਹਨ, ਤੇ ਸਗੋਂ ਸ਼ਾਂਤ ਚਿੱਤ ਰਹਿ ਕਰਕੇ ਸਹਿਜਤਾ ਵਿੱਚ ਹੀ ਰਹੇ ਤੇ ਸੰਗਤਾਂ ਨੂੰ ਵੀ ਨਾਲ ਕਿਹਾ ਕਿ ਇਹ ਅਕਾਲ ਪੁਰਖ ਦਾ ਭਾਣਾ ਹੈ, ਕਿ ਉਸ ਭਾਣੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਔਰ ਮਜ਼ਲੂਮਾਂ ਦੀ ਰੱਖਿਆ ਕੀਤੀ ਹੈ। ਤੋਂ ਉਹਨਾਂ ਨੂੰ ਇਹੀ ਉਪਦੇਸ਼ ਦਿੱਤਾ ਤੇ ਬੜੇ ਆਪ ਵੀ ਸਹਿਜ ਵਿੱਚ ਰਹੇ। ਤੇ ਅੱਗੇ ਜਿਸ ਵੇਲੇ ਉਹਨਾਂ ਦਾ ਸੀਸ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੋਬਿੰਦ ਰਾਏ ਜੀ ਨੇ, ਮਾਤਾ ਨਾਨਕੀ ਜੀ ਨੇ ਔਰ ਮਾਤਾ ਗੁਜਰ ਕੌਰ ਜੀ ਦੇ ਸਾਹਮਣੇ ਆਇਆ, ਤਾਂ ਬੜੇ ਸ਼ਰਧਾ ਨਾਲ ਔਰ ਪਿਆਰ ਦੇ ਨਾਲ ਆਪਣਾ ਸੀਸ ਨਵਾ ਕਰਕੇ ਮਾਤਾ ਗੁਜਰ ਕੌਰ ਜੀ ਦੇ ਜੋ ਬੋਲ ਹਨ ਉਹ ਬੜੇ ਹੀ ਸਾਡੇ ਮਨ ਨੂੰ ਟੁੰਬਦੇ ਹਨ ਕਿ ਕਿੰਨੇ ਉੱਚੇ ਸੁੱਚੇ ਕਰੈਕਟਰ ਜੀਵਨ ਵਾਲੇ ਮਾਤਾ ਗੁਜਰ ਕੌਰ ਜੀ ਸਨ। ਆਪ ਜੀ ਨੇ ਬੜੀ ਨਿਮਰਤਾ ਸਹਿਤ ਔਰ ਪਿਆਰ ਵਿੱਚ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੰਬੋਧਨ ਕਰਕੇ, ਤੁਹਾਡੀ ਨਿਭ ਆਈ ਇਹ ਬਖਸ਼ਿਸ਼ ਕਰਨੀ ਕਿ ਮੇਰੀ ਵੀ ਨਿਭ ਜਾਏ। ਤਾਂ ਸੱਚਮੁੱਚ ਮਾਤਾ ਗੁਜਰ ਕੌਰ ਜੀ ਅਜਿਹੀ ਇਸ ਤਰ੍ਹਾਂ ਆਪਣੀ ਜਿਹੜੇ ਹੈ ਉਹ ਜੀਵਨ ਨਿਭਾਇਆ ਉਹਨਾਂ ਨੇ। ਉਹ ਦੁਨੀਆ ਦੀਆਂ ਮਾਵਾਂ ਲਈ ਵੀ ਪੂਰਨੇ ਪਾ ਗਏ ਕਿ ਜਦੋਂ ਵੀ ਆਪਣੇ ਕਿਸੇ ਕੰਮ ਵਾਸਤੇ ਆਪਣੇ ਕੋਈ ਪਿਤਾ ਜਿਹੜੇ ਪਤੀ ਹਨ ਉਹ ਅਗਰ ਕੁਰਬਾਨੀ ਵਾਸਤੇ ਜਾਂਦੇ ਹਨ ਤੇ ਪਿੱਛੋਂ ਪਤਨੀਆਂ ਨੂੰ ਕੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣਾ ਫਰਜ਼ ਜਿਹੜਾ ਹੈ ਉਹ ਨਿਭਾਉਣਾ ਚਾਹੁੰਦਾ ਹੈ। ਔਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ, ਜਿੱਥੇ ਸਾਰੀਆਂ ਸੰਗਤਾਂ ਨੂੰ ਵੀ ਉਹਨਾਂ ਨੇ ਹੌਸਲਾ ਦਿੱਤਾ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜੋ ਬਾਲਕ ਸਨ ਉਸ ਵੇਲੇ, ਉਹਨਾਂ ਨੂੰ ਵੀ ਬੜੇ ਪਿਆਰ ਦੇ ਨਾਲ ਔਰ ਬੜੀ ਦ੍ਰਿੜਤਾ ਦੇ ਨਾਲ ਉਹਨਾਂ ਨੂੰ ਇਹ ਵਗਾਰ ਪਾਈ ਔਰ ਉਹਨਾਂ ਨੂੰ ਧਰਮ ਦੇ ਵਿਰੁੱਧ ਲੜਨ ਵਾਸਤੇ ਡਟ ਕੇ ਖਲੋਣ ਦੀ ਗੱਲ ਕਹੀ। ਮੈਂ ਬੇਨਤੀ ਕਰਾਂ ਕਿ ਅਸੀਂ ਇਹ ਸੋਚਦੇ ਹਾਂ ਕਿ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਇਜ਼ ਅ ਵੂਮਨ। ਤਾਂ ਇੱਥੇ ਇਹ ਗੱਲ ਬਿਲਕੁਲ ਸਾਬਤ ਹੋ ਰਹੀ ਹੈ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਸਨ, ਉਹਨਾਂ ਦੇ ਪਿੱਛੇ ਮਾਤਾ ਨਾਨਕੀ ਜੀ ਸਨ, ਇੱਥੇ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਦੇ ਰੂਪ ਵਿੱਚ ਹਨ ਔਰ ਉਹਨਾਂ ਦੇ ਪਿੱਛੇ ਉਹਨਾਂ ਦੀ ਦਾਦੀ ਜਿਹੜੀ ਹੈ ਮਾਤਾ ਨਾਨਕੀ ਜੀ ਹਨ, ਔਰ ਨਾਲ ਹੀ ਉਹਨਾਂ ਦੀ ਆਪਣੀ ਧਰਮ ਸੁਪਤਨੀ ਜਿਹੜੀ ਹੈ ਉਹ ਗੁਰੂ ਗੋਬਿੰਦ ਮਾਤਾ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਗੁਜਰ ਕੌਰ ਜੀ ਹਨ, ਔਰ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਮਾਤਾ ਦੇ ਰੂਪ ਦੇ ਅੰਦਰ ਉਹਨਾਂ ਨੂੰ ਧਰਮ ਦੇ ਵਿਰੁੱਧ ਜਿਹੜੀ ਜ਼ਬਰ ਚੱਲ ਰਿਹਾ ਹੈ ਉਸ ਦੇ ਵਿਰੁੱਧ ਲੜਨ ਵਾਸਤੇ ਉਹਨਾਂ ਨੂੰ ਡਟ ਕੇ ਖਲੋਣ ਦੀ ਜਿਹੜੀ ਹੈ ਉਹ ਪ੍ਰੇਰਨਾ ਦੇ ਰਹੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ
ਤੇ ਅਨੰਦਪੁਰ ਸਾਹਿਬ ਵੀ ਜਿੱਥੇ ਸੀਸਗੰਜ ਗੁਰਦੁਆਰਾ ਉੱਥੇ ਹੈ, ਉੱਥੇ ਵੀ ਜਿਹੜੀ ਹੈ ਉਹਨਾਂ ਦਾ ਜਿਹੜੀ ਹੈ ਸੰਸਕਾਰ ਕਰ ਦਿੱਤਾ ਜਾਂਦਾ ਹੈ। ਮੇਰੇ ਖਿਆਲ 'ਚ ਇਤਿਹਾਸ ਦੇ ਅੰਦਰ ਇਹ ਪਹਿਲੀ ਘਟਨਾ ਹੈ ਕਿ ਜਿੱਥੇ ਕਿਸੇ ਗੁਰੂ ਵਿਅਕਤੀ ਦਾ, ਧਾਰਮਿਕ ਸ਼ਖਸੀਅਤ ਦਾ ਧੜ ਦਾ ਸੰਸਕਾਰ ਕਿਤੇ ਹੋਇਆ ਹੋਵੇ ਤੇ ਸੀਸ ਦਾ ਸਤਿਕਾਰ ਕਿਤੇ ਹੋਇਆ ਹੋਵੇ। ਤੇ ਇਹ ਬੜੀ ਅਸੀਂ ਸਮਝਦੇ ਹਾਂ ਕਿ ਮਾਣ ਵਾਲੀ ਗੱਲ ਹੈ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ, ਸੀਸ ਦਿया पर सिरड़ ना दिया। तो तकरीबन नौवें पातशाह ਦੀ ਸ਼ਹਾਦਤ ਜੋ ਲਗਭਗ ਉਸਦੇ 15 ਸਾਲ ਬਾਅਦ ਅਨੰਦਪੁਰ ਸਾਹਿਬ ਵਿੱਚ ਕੋਈ ਜ਼ਿਆਦਾ ਖਾਸ ਐਕਟੀਵਿਟੀ ਨਹੀਂ ਹੋਈ, ਨਾ ਹੀ ਉੱਥੇ ਕੋਈ ਝਗੜਾ ਜ਼ਰੂਰ ਹੋਇਆ। ਹਾਂ, ਉਸ ਤੋਂ ਥੋੜੀ ਦੂਰ ਪਟਨਾ ਜਿਹੜਾ ਹੈ ਪੌਂਟਾ ਸਾਹਿਬ ਗੁਰਦੁਆਰੇ ਵਿੱਚ ਜ਼ਰੂਰ ਭੰਗਾਣੀ ਦੀ ਜਿਹੜੀ ਲੜਾਈ ਹੋ ਰਹੀ ਹੈ। ਪਰ ਮਾਤਾ ਜੀ ਦੇ ਕੋਲ ਅਨੰਦਪੁਰ ਸਾਹਿਬ ਵਿੱਚ ਸਾਰੇ ਹੀ ਸੁੱਖ ਸਾਧਨ ਮੌਜੂਦ ਸਨ, ਪਰ ਆਪ ਨੇ ਉਹਨਾਂ ਵਿੱਚ ਆਪਣੇ ਆਪ ਨੂੰ ਕਦੀ ਵੀ ਗਲਤਾਨ ਨਹੀਂ ਕੀਤਾ, ਸਗੋਂ ਰਾਜਯੋਗ ਕਮਾਇਆ ਹੈ ਕਿ ਇੰਨਾ ਕੁਝ ਹੁੰਦਿਆਂ ਹੋਇਆ ਵੀ ਉਸ ਤੋਂ ਵਿਰਕਤ ਰਹੇ ਹਨ ਔਰ ਗੁਰਮਤਿ ਮਾਰਗ ਤੇ ਦ੍ਰਿੜਤਾ ਨਾਲ ਚਲਦਿਆਂ ਹੋਇਆਂ ਆਪਣੇ ਅੰਦਰ ਨਿਮਰਤਾ, ਹਲੀਮੀ, ਮਿੱਠ ਬੋਲਣਾ, ਉਦਾਰ ਚਿੱਤ ਰਹਿਣਾ, ਲੋੜਵੰਦਾਂ ਦੀ ਸਹਾਇਤਾ ਕਰਨੀ, ਧੀਰਜ ਦਾ ਪੱਲਾ ਫੜ ਕੇ ਸਬਰ ਸੰਤੋਖ ਵਿੱਚ ਰਹਿਣਾ, ਹਮੇਸ਼ਾ ਆਨੰਦ ਪ੍ਰਸੰਨ ਰਹਿਣਾ ਤੇ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿਣਾ ਆਦਿਕ ਗੁਣ ਜਿਹੜੇ ਹਨ ਉਹ ਆਪ ਜੀ ਦੀ ਸ਼ਖਸੀਅਤ ਵਿੱਚੋਂ ਡੁੱਲ ਡੁੱਲ ਪੈਂਦੇ ਸਨ। ਤੋ ਸੰਗਤਾਂ ਵੀ ਆਪ ਜੀ ਦਾ ਵੱਧ ਚੜ ਕੇ ਸਤਿਕਾਰ ਕਰਦੀਆਂ ਸਨ, ਗੁਰੂ ਤੇਗ ਬਹਾਦਰ ਸਾਹਿਬ ਦੀ ਪਤਨੀ ਹੋਣ ਦੇ ਨਾਤੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਹੋਣ ਦੇ ਨਾਤੇ। ਤੋ ਉਹਨਾਂ ਲਈ ਮਾਤਾ ਜੀ ਸਿੱਖੀ ਜੀਵਨ ਦੀ ਜਿਉਂਦੀ ਜਾਗਦੀ ਜੜੀ ਹਨ ਉਹ ਮੂਰਤ ਸਨ। ਤੋ ਫਿਰ ਉਸ ਤੋਂ ਬਾਅਦ ਨੰਦੋਨ ਦੀ ਲੜਾਈ ਤੋਂ ਆਰੰਭ ਹੋ ਕੇ ਅਨੰਦਪੁਰ ਸਾਹਿਬ ਨੂੰ ਛੱਡਣ ਤੱਕ ਗੁਰੂ ਜੀ ਨੂੰ ਵਾਰ-ਵਾਰ ਜੰਗਾਂ ਦੇ ਵਿੱਚ ਉਲਝਣਾ ਪਿਆ। ਉਹ ਕੁਝ ਜੰਗ ਤਾਂ ਪਹਾੜੀ ਰਾਜਿਆਂ ਦੀ ਮੁਗਲਾਂ ਤੋਂ ਰੱਖਿਆ ਲਈ ਸਨ ਤੇ ਕੁਝ ਮੁਗਲਾਂ ਅਤੇ ਪਹਾੜੀਆਂ ਦਾ ਟਾਕਰਾ ਕਰਨ ਲਈ। ਜੰਗਾਂ ਯੁੱਧਾਂ ਕਾਰਨ ਕਈ ਸੁੱਖ ਜਿਹੜੇ ਹਨ ਉਹ ਆਪਣੇ ਤਿਆਗਣੇ ਪੈਂਦੇ ਹਨ ਅਤੇ ਕੱਚੇ ਪੀਲੇ ਸਿੱਖ ਘਬਰਾਉਣ ਲੱਗ ਪੈਂਦੇ ਹਨ। ਐਸੇ ਸਮੇਂ ਦੇ ਅੰਦਰ ਜੋ ਮਾਤਾ ਗੁਜਰ ਕੌਰ ਜੀ ਨੇ ਰੋਲ ਅਦਾ ਕੀਤਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਘਰਸ਼ ਦੇ ਰਾਹ ਉੱਪਰ ਚੱਲਣ ਤੋਂ ਜਿਹੜੇ ਹਨ ਉਹ ਉਹਨਾਂ ਨੂੰ ਰੋਕਿਆ ਨਹੀਂ, ਸਗੋਂ ਉਹਨਾਂ ਨੂੰ ਪ੍ਰੇਰਿਤ ਕੀਤਾ ਔਰ ਦ੍ਰਿੜਤਾ ਦਿਖਾਈ ਤੇ ਆਪਣੇ ਪੁੱਤਰ ਗੁਰੂ ਦੀ ਅਜ਼ਮਤ ਤੇ ਉਹਨਾਂ ਨੂੰ ਪੂਰਾ ਭਰੋਸਾ ਸੀਗਾ ਕਿ ਜੋ ਗੁਰੂ ਜੀ ਕਰ ਰਹੇ ਹਨ ਉਹ ਬਿਲਕੁਲ ਠੀਕ ਕਰ ਰਹੇ ਹਨ। ਤੇ ਆਪ ਜੀ ਨੇ ਹਮੇਸ਼ਾ ਹੀ ਡਰਵੋਕਾਂ ਨੂੰ ਹਿੰਮਤ ਰੱਖਣ ਦਾ ਉਪਦੇਸ਼ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਇਸ ਵਕਤ ਤੁਹਾਡੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਆਗੂ ਹਨ ਤੇ ਉਹ ਜੋ ਸੰਘਰਸ਼ ਕਰ ਰਹੇ ਹਨ ਉਹਨਾਂ ਦਾ ਤੁਹਾਨੂੰ ਸਾਥ ਦੇਣਾ ਚਾਹੀਦਾ। ਸੋ ਖਾਲਸਾ ਪੰਥ ਦੀ ਸਾਜਨਾ ਸਮੇਂ ਵੀ ਆਪਨੇ ਵੀ ਜਿਹੜੇ ਹਨ ਉਹ ਸਾਰੇ ਸਿੱਖਾਂ ਨੂੰ ਪ੍ਰੇਰਣਾ ਕੀਤੀ ਕਿ ਆਪ ਜੀ ਵੀ ਇਸ ਅੰਮ੍ਰਿਤ ਛਕਣ ਦੇ ਵਿੱਚ ਸ਼ਾਮਲ ਹੋਵੋ। ਔਰ ਇੱਥੇ ਬੜੀ ਖਾਸ ਗੱਲ ਹੈ ਕਿ ਮਾਤਾ ਜੀ ਨੇ ਜਿੱਥੇ ਦੂਸਰਿਆਂ ਨੂੰ ਪ੍ਰੇਰਿਆ ਕਿ ਆਪ ਜੀ ਅੰਮ੍ਰਿਤ ਛਕੋ ਤੇ ਆਪ ਵੀ ਮਾਤਾ ਗੁਜਰੀ ਤੋਂ ਅੰਮ੍ਰਿਤ ਛਕ ਕਰਕੇ ਗੁਜਰ ਕੌਰ ਜਿਹੜਾ ਹੈ ਉਹ ਨਾਂ ਆਪ ਜੀ ਦਾ ਰੱਖਿਆ, ਪ੍ਰਸਿੱਧ ਹੋਇਆ ਤੇ ਆਪ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਚਲਾਈ ਹੋਈ ਜਿਹੜੇ ਖਾਲਸਾ ਪੰਥ ਦੇ ਵਿੱਚ ਆਪਣੇ ਆਪ ਨੂੰ ਵੀ ਸ਼ਾਮਲ ਕੀਤਾ। ਕੋਈ ਇਹ ਨਾ ਕਹੇ ਕਿ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੇ ਦਾਤੇ ਹਨ ਤੇ ਉਹਨਾਂ ਦੀ ਮਾਤਾ ਜਿਹੜੀ ਹੈ ਉਹ ਬੇਅਮਰਤੀ ਰਹਿ ਗਈ ਹੈ। ਤੋਂ ਹਰ ਪਲ ਦੇ ਉੱਪਰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹਨਾਂ ਨੇ ਸਾਥ ਦਿੱਤਾ, ਉੱਥੇ ਆਪਣੇ ਬੱਚੇ ਗੋਬਿੰਦ ਸਿੰਘ ਜੀ ਨੂੰ ਵੀ ਹਰ ਮੌਕੇ ਦੇ ਉੱਪਰ ਹਰ ਤਰ੍ਹਾਂ ਦੇ ਨਾਲ ਸਹਿਯੋਗ ਕੀਤਾ ਔਰ ਦ੍ਰਿੜਤਾ ਦਿਖਾਈ ਔਰ ਸਿੱਖਾਂ ਨੂੰ ਵੀ ਇਸੇ ਰਾਹ ਤੇ ਤੁਰਨ ਵਾਸਤੇ ਪ੍ਰੇਰਣਾ ਦਿੰਦੇ ਰਹੇ। ਤੋ ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਨਾ ਪਿਆ ਤੇ ਪਰਿਵਾਰ ਜਿਹੜਾ ਹੈ ਖੇਰੂ ਖੇਰੂ ਹੋਇਆ ਔਰ ਆਪ ਜੀ ਦੇ ਅਨੇਕਾਂ ਹੀ ਜਿਹੜੇ ਸੁੱਖ ਆਰਾਮ ਦੇ ਸਾਧਨ ਸਨ ਉਹਨਾਂ ਨੂੰ ਤਿਆਗਣਾ ਪਿਆ ਔਰ ਸਰਸਾ ਦੇ ਕੰਢੇ ਤੇ ਦੁਸ਼ਮਣਾਂ ਨੇ ਜਿਵੇਂ ਗਊ ਦੀ ਅਰੇ ਕੁਰਾਨ ਦੀ ਜਿਹੜੀ ਸੋਹਾਂ ਭੁੱਲ ਕੇ ਸਿੱਖਾਂ ਤੇ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਕੰਢੇ। ਔਰ ਉਸ ਤੋਂ ਪਿੱਛੇ ਜਦੋਂ ਵੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ, ਮੈਂ ਤੇ ਬੇਨਤੀ ਕਰਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਪਹਾੜੀ ਰਾਜਿਆਂ ਦੀ ਜੋ ਝੂਠੀ ਗਊ ਦੀ ਸਹੁੰ ਸੀ ਤੇ ਜੋ ਮੁਸਲਮਾਨਾਂ ਦੀ ਕੁਰਾਨ ਦੀ ਸਹੁੰ ਸੀ ਉਸ ਨੂੰ ਕਿਵੇਂ ਉਗਾੜਿਆ ਉਹ ਸਾਡੇ ਸਾਹਮਣੇ ਹੈ ਕਿ ਉਹਨਾਂ ਕੇ ਸਾਰੇ ਜਿਹੜਾ ਅਨੰਦਪੁਰ ਸਾਹਿਬ ਦਾ ਕੂੜਾ ਸੀ, ਸਮਾਨ ਸੀ, ਰੱਦੀ ਸੀ, ਉਹਨੂੰ ਖਚਰਾ ਦੇ ਰੱਖ ਕਰਕੇ
ਤੇ ਉਹਨੂੰ ਥੱਲੇ ਪਹਾੜੀ ਤੋਂ ਥੱਲੇ ਭੇਜਿਆ ਅਨੰਦਪੁਰ ਸਾਹਿਬ ਤੋਂ। ਤੇ ਜਿਹੜੇ ਸਹੁੰ ਚੁੱਕਣ ਵਾਲੇ ਸਨ ਉਹਨਾਂ ਨੇ ਦੇਖ ਕਰਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਜ਼ਾਨਾ ਆ ਗਿਆ, ਉੱਥੇ ਟੁੱਟ ਕੇ ਪੈ ਗਏ। ਤੇ ਜਦੋਂ ਅਗਰੋਂ ਪਾਰਟੀਆਂ ਲੀਰਾਂ ਤੇ ਕੂੜਾ ਸਾਹਮਣੇ ਆਇਆ ਤੇ ਉਹਨਾਂ ਦੇ ਹੋਸ਼ ਉੱਡ ਗਏ ਕਿ ਇਹ ਕੀ ਹੋਇਆ। ਤੇ ਉਹਨਾਂ ਦੇ ਮਨ ਵਿੱਚ ਹੋਰ ਗੁੱਸਾ ਆਇਆ ਕਿ ਅਸੀਂ ਕਿਸੇ ਤਰੀਕੇ ਨਾਲ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛੱਡਣਾ ਨਹੀਂ ਹੈ। ਤੋ ਉਹ ਸਾਰੀਆਂ ਸਹੁੰ ਭੁਲਾ ਕਰਕੇ ਤੇ ਜਾ ਕਰਕੇ ਸਰਸਾ ਦੇ ਕਿਨਾਰੇ ਵਿੱਚ ਹਮਲਾ ਕਰ ਦਿੱਤਾ। ਉਹਨਾਂ ਦਿਨਾਂ ਦੇ ਅੰਦਰ ਬਾਰਿਸ਼ ਹੋ ਰਹੀ ਸੀਗੀ, ਠੰਡ ਸੀ, ਤੇ ਉਸ ਵੇਲੇ ਜਿਹੜੀ ਨਦੀ ਸੀ ਉਹ ਵੀ ਉਫਾਨ ਤੇ ਸੀ, ਹੜ੍ਹ ਆਇਆ ਹੋਇਆ ਸੀਗਾ ਤੇ ਬਹੁਤ ਮੁਸ਼ਕਲ ਸੀ ਉਸ ਨਦੀ ਨੂੰ ਪਾਰ ਕਰਨਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਹਨ ਉੱਥੇ ਇਹਨਾਂ ਨੂੰ ਜਿਹੜੇ ਇਹ ਕਹਿ ਕਰਕੇ ਕਿ ਅਸੀਂ ਪਾਰ ਕਰਕੇ ਤੇ ਜਾ ਰਹੇ ਹਾਂ। ਤੇ ਉੱਥੇ ਪਰਿਵਾਰ ਦਾ ਵਿਛੋੜਾ ਹੋ ਗਿਆ ਤੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਜਿਹੜੇ ਹਨ ਉਹ ਪਰਿਵਾਰ ਤੋਂ ਵਿਛੜ ਗਏ। ਤੇ ਭਾਈ ਮਨੀ ਸਿੰਘ ਜੀ ਜਿਹੜੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਸਨ, ਉਹਨਾਂ ਨੂੰ ਲੈ ਕਰਕੇ ਦਿੱਲੀ ਵਾਲੇ ਪਾਸੇ ਚਲੇ ਗਏ। ਤੇ ਜਿਹੜੇ ਵੱਡੇ ਸਾਹਿਬਜ਼ਾਦੇ ਹਨ ਉਹ ਕ੍ਰਾਸ ਕਰਕੇ ਜਿਹੜੇ ਹਨ ਸਰਸਾ ਨਦੀ ਤੇ ਪਰਲੇ ਪਾਸੇ ਚਲੇ ਗਏ। ਤੇ ਕਈ ਗੁਰੂ ਸਿੱਖ ਪਿਆਰੇ ਜਿਹੜੇ ਹਨ ਉਹ ਸਰਸਾ ਨਦੀ ਦੀ ਭੇਟ ਜਿਹੜੇ ਉਹ ਚੜ ਗਏ। ਤੇ ਇਹ ਵੀ ਇਤਿਹਾਸ ਵਿੱਚ ਵਰਣਨ ਹੁੰਦਾ ਹੈ ਕਿ ਬੜਾ ਹੀ ਜੋ ਇਤਿਹਾਸ ਬਹੁਮੁੱਲਾ ਇਤਿਹਾਸ ਸੀ, ਲਿਖਤਾਂ ਸਨ, ਉਹ ਵੀ ਸਰਸਾ ਨਦੀ ਦੀ ਭੇਟ ਜਿਹੜੀਆਂ ਉਹ ਚੜ ਗਈਆਂ। ਔਰ ਫਿਰ ਜਿਸ ਧੀਰਜ ਦੇ ਨਾਲ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਵੇਂ ਵੱਡਿਆਂ ਨੂੰ ਵੀ ਉਹ ਗਾਈਡ ਕਰਦੇ ਸਨ, ਉਹਨਾਂ ਅੰਦਰ ਵੀ ਵੀਰ ਰਸ ਦੀ ਗੱਲ ਕਰਦੇ ਸਨ। ਤੋ ਇੱਥੇ ਛੋਟੇ ਸਾਹਿਬਜ਼ਾਦੇ ਜਿਹੜੇ 6 ਔਰ 8 ਸਾਲ ਦੇ ਸਨ, ਕਈ 7 ਸਾਲ ਤੇ 9 ਸਾਲ ਵੀ ਲਿਖਦੇ ਹਨ। ਤੋ ਇਹਨਾਂ ਸਾਹਿਬਜ਼ਾਦਿਆਂ ਨੂੰ ਜਿਸ ਵੇਲੇ ਗੰਗੂ ਨੇ ਧੋਖਾ ਦੇ ਕਰਕੇ ਇਹਨਾਂ ਨੂੰ ਮੋਰਿੰਡੇ ਦੇ ਥਾਣੇ ਵਿੱਚ ਜਿਹੜਾ ਪੇਸ਼ ਕਰਵਾ ਦਿੱਤਾ, ਪਕੜਵਾ ਦਿੱਤਾ ਮਾਤਾ ਗੁਜਰ ਕੌਰ ਜੀ ਨੂੰ ਵੀ। ਤੇ ਉੱਥੋਂ ਸਰਹੰਦ ਲਿਜਾਏ ਗਏ ਤੇ ਵਜੀਦੇ ਦੀ ਕਚਹਿਰੀ ਦੇ ਵਿੱਚ ਵੀ ਜਿਸ ਵੇਲੇ ਉਹਨਾਂ ਨੂੰ ਭੇਜਿਆ ਜਾਂਦਾ ਸੀ ਤੇ ਮਾਤਾ ਗੁਜਰ ਕੌਰ ਜੀ ਸਨ ਜਿਹੜੇ ਉਸ ਠੰਡੀ ਰਾਤ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਬੈਠ ਕਰਕੇ ਵੀ ਬੜੀਆਂ ਨਿੱਕੀਆਂ ਸਲਾਹਾਂ ਜਿਹੜੇ ਸਨ, ਹੌਸਲੇ ਜਿਹੜੇ ਸਨ, ਆਪਣੇ ਪੁੱਤਰਿਆਂ ਨੂੰ ਜਿਹੜੇ ਹਨ ਉਹ ਦਿੰਦੇ ਸਨ। ਔਰ ਇਹ ਕਹਿੰਦੇ ਸਨ ਮਾਤਾ ਗੁਜਰ ਕੌਰ ਜੀ ਕਿ ਤੁਸੀਂ ਆਪਣੇ ਬਹਾਦਰ ਤੇਗ ਬਹਾਦਰ ਦਾਦਾ ਜੀ ਦੇ ਪੋਤਰੇ ਹੋ ਤੇ ਤੁਸੀਂ ਬਹਾਦਰ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਹੋ। ਤੋ ਇਸ ਕਰਕੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪੱਗ ਨੂੰ ਦਾਗ ਨਹੀਂ ਲਾਉਣਾ ਹੈ ਤੇ ਤੁਸੀਂ ਆਪਣੇ ਧਰਮ ਸਿੱਖ ਧਰਮ ਦੇ ਉੱਪਰ ਦ੍ਰਿੜ ਰਹਿਣਾ ਹੈ। ਤੋ ਇਹੋ ਜਿਹੇ ਦ੍ਰਿੜਤਾ ਵਾਲੇ ਸ਼ਬਦ ਜਿਹੜੇ ਹਨ ਉਹ ਮਾਤਾ ਗੁਜਰ ਕੌਰ ਜੀ ਨੇ ਆਪਣੇ ਇਹਨਾਂ ਸਾਹਿਬਜ਼ਾਦਿਆਂ ਛੋਟੇ ਜਿਹੜੇ ਸਾਹਿਬਜ਼ਾਦੇ ਹਨ, ਆਪਣੇ ਪੋਤਰੇ ਹਨ, ਉਹਨਾਂ ਨੂੰ ਨਿਤਾ ਪ੍ਰਤੀ ਜਿਹੜੇ ਹਨ ਉਹ ਪੱਕਿਆ ਕਰਕੇ ਉਹਨਾਂ ਨੂੰ ਸਮਝਾ ਕਰਕੇ ਤੇ ਉਹਨਾਂ ਨੂੰ ਵਜੀਦੇ ਦੀ ਕਚਹਿਰੀ ਵੀ ਜਿਹੜੇ ਹਨ ਉਹ ਭੇਜਦੇ ਸਨ। ਤੋ ਇਹ ਭਾਵੇਂ ਅਸੀਂ ਇੱਥੇ ਜ਼ਿਆਦਾ ਗੱਲ ਨਹੀਂ ਕਰਦੇ ਕਿ ਗੰਗੂ ਨੇ ਕਿਵੇਂ ਨਮਕ ਹਰਾਮੀ ਕੀਤੀ ਜਾਂ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ, ਆਪ ਸਾਰੇ ਜਾਣਦੇ ਹੋ। ਲੇਕਿਨ ਅਸੀਂ ਦੇਖਿਆ ਹੈ ਕਿ ਮਾਤਾ ਜੀ ਨੇ 4 ਰਾਤਾਂ ਤੇ 4 ਦਿਨ ਜਿਹੜੇ ਹਨ ਉਹ ਉੱਥੇ ਠੰਡੇ ਬੁਰਜ ਦੇ ਅੰਦਰ ਬਿਤਾਏ ਹਨ। ਔਰ ਉਹ ਜਿੱਥੇ ਬੱਚਿਆਂ ਲਈ ਵੀ ਬੜੇ ਕਠਿਨ ਸਨ, ਛੋਟੇ ਬੱਚਿਆਂ ਨਿੱਕੀਆਂ ਜਿੰਦਾਂ ਸਨ, ਉੱਥੇ ਮਾਤਾ ਗੁਜਰ ਕੌਰ ਜੀ ਦੀ 85 ਸਾਲ ਦੀ ਉਮਰ ਸੀ ਤੇ ਉਹਨਾਂ ਵਾਸਤੇ ਵੀ ਬੜੇ ਕਸ਼ਟ ਸਨ। ਲੇਕਿਨ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀਗਾ ਕਿ ਕਿਆ ਹੁਆ ਤਨ ਤਾ ਭਰਾ ਹਮ ਸ਼ਾਂਤ ਹੈ ਹਰੀ ਨਾਮ ਸੇ। ਤੋ ਭਾਵੇਂ ਹੱਡ ਭੰਨਵੀਂ ਸਰਦੀ ਸੀਗੀ ਲੇਕਿਨ ਫਿਰ ਵੀ ਜੋ ਮਾਤਾ ਗੁਜਰ ਕੌਰ ਜੀ ਨੇ ਉਸ ਵੇਲੇ ਦ੍ਰਿੜਤਾ ਦਿਖਾਈ ਔਰ ਕਿਆ ਚੜ੍ਹਦੀ ਕਲਾ ਵਿੱਚ ਨਿਸ਼ਾਨੀ ਦਿੱਤੀ ਔਰ ਬੱਚਿਆਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਿਆ, ਉਹਨਾਂ ਨੂੰ ਵੀ ਡੋਲਣ ਨਹੀਂ ਦਿੱਤਾ। ਇਹ ਇੱਕ ਬਹੁਤ ਹੀ ਇਤਿਹਾਸ ਵਿੱਚ ਚਾਨਣ ਮੁਨਾਰਾ ਹੈ ਸਾਡੇ ਵਾਸਤੇ। ਤੇ ਉੱਥੇ ਇਹਨਾਂ ਮੁਸੀਬਤਾਂ ਦਾ ਜਿਵੇਂ ਵਜੀਦੇ ਦੀ ਕਚਹਿਰੀ ਦੇ ਵਿੱਚ ਆਪਨੇ ਜਾ ਕੇ ਜਿਹੜਾ ਹੈ ਉਹ ਲਗਾਤਾਰ 3 ਦਿਨ ਦਰਬਾਰ ਵਿੱਚ ਕਈ ਤਰੀਕੇ ਦੇ ਕਠਿਨ ਤੇ ਕਠਿਨ ਸਵਾਲ ਵੀ ਸਾਹਿਬਜ਼ਾਦਿਆਂ ਨੂੰ ਜਿਹੜੇ ਹਨ ਪੁੱਛੇ ਗਏ ਹਨ, ਬੜੇ ਲਾਲਚ ਵੀ ਦਿੱਤੇ ਗਏ, ਠੋਕਰ ਮਾਰ ਕੇ ਧਮਕੀਆਂ ਦਾ ਸਾਹਮਣਾ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਕਰਨਾ ਪਿਆ, ਵਾਰ-ਵਾਰ ਮੌਤ ਦਾ ਡਰ ਵੀ ਦਿੱਤਾ ਜਾਂਦਾ ਸੀ। ਤੇ 4 ਰਾਤਾਂ ਠੰਡੇ ਬੁਰਜ ਵਿੱਚ ਠੁਰ ਕਰਦਿਆਂ ਗੁਜ਼ਰੀਆਂ। ਦਾਦੀ ਲਈ ਪੋਤਿਆਂ ਦੀ ਇਹ ਦਸ਼ਾ ਵੇਖਣੀ ਹੋਰ ਅਸਹਿ ਸੀ ਕਿ ਮਾਤਾ ਜੀ ਦੇ ਕਹਿੰਦੇ ਮੈਂ 85 ਸਾਲ ਦਾ ਬੁੱਢੀ ਕੋਈ ਗੱਲ ਨਹੀਂ, ਲੇਕਿਨ ਬੱਚਿਆਂ ਨੂੰ ਵੇਖ ਕੇ ਉਹ ਮਾਤਾ ਜੀ ਦਾ ਜਿਹੜਾ ਹੌਸਲਾ ਆਪਣੇ ਆਪ ਨੂੰ ਕਰਨਾ ਔਰ ਬੱਚਿਆਂ ਨੂੰ ਗਾਈਡ ਕਰਨਾ ਇਹ ਵਾਕਈ ਬਹੁਤ ਹੀ ਵਧੀਆ ਗੱਲ ਹੈ।
ਤੋ ਇੱਥੇ ਇਹ ਵੀ ਮਾਤਾ ਜੀ ਚੇਤੇ ਕਰਾਉਂਦੇ ਸਨ ਕਿ ਦਾਦੇ ਗੁਰੂ ਤੇਗ ਬਹਾਦਰ ਜੀ ਵੱਲੋਂ ਸਹੇ ਗਏ ਕਸ਼ਟਾਂ ਅਤੇ ਸ਼ਹੀਦੀ ਦੀਆਂ ਵਾਰਤਾਵਾਂ ਵੀ ਮਾਤਾ ਗੁਜਰ ਕੌਰ ਜੀ ਜਿਹੜੇ ਹਨ ਉਹ ਪੋਤਰਿਆਂ ਨੂੰ ਸਮਝਾਉਂਦੇ ਰਹੇ ਹਨ। ਉਹ ਇਸ ਦੇ ਨਾਲ ਹੀ ਜਿਹੜੇ ਚਾਂਦਨੀ ਚੌਂਕ ਦੇ ਅੰਦਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਜਿਹੜੇ ਹਨ ਉਹ ਜਿਹੜੇ ਹਨ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ ਔਰ ਬੜੇ ਤਸੀਹੇ ਸਨ ਉਹਨਾਂ ਨੂੰ ਧਰਮ ਤੇ ਦ੍ਰਿੜ ਰਹਿ ਕਰਕੇ ਸਿਆ ਔਰ ਆਪਣੇ ਧਰਮ ਨੂੰ ਛੱਡਿਆ ਨਹੀਂ। ਤੇ ਇਹ ਵਾਰ-ਵਾਰ ਹੀ ਇਹ ਜਿਹੜੀ ਗੱਲ ਸਮਝਾਉਂਦੇ ਬੱਚਿਆਂ ਨੂੰ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਸੁਖ ਤਿਆਗ ਕੇ ਸੰਘਰਸ਼ ਦਾ ਰਾਹ ਫੜਿਆ ਹੈ ਤੇ ਤੁਸੀਂ ਵੀ ਇਹ ਜਿਹੜਾ ਹੈ ਇਹ ਤੇ ਸੰਘਰਸ਼ ਹੀ ਕਰਨਾ ਹੈ। ਤੋ ਇੰਨੀ ਵੱਡੀ ਜ਼ਾਲਮ ਮੁਗਲ ਸਰਕਾਰ ਦੇ ਨਾਲ ਜਿੱਥੇ ਤੁਹਾਡੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਲਾਇਆ ਹੈ ਔਰ ਆਪਣਾ ਸਭ ਕੁਝ ਤਿਆਗ ਦਿੱਤਾ ਹੈ, ਅਨੰਦਪੁਰ ਸਾਹਿਬ ਦੇ ਸੁੱਖ ਆਰਾਮ ਛੱਡ ਦਿੱਤੇ ਹਨ, ਪਰ ਕਿਸੇ ਦੀ ਈਨ ਨਹੀਂ ਮੰਨੀ। ਦੇਖਣਾ ਆਪ ਜੀ ਵੀ ਕਿਤੇ ਆਪਣੇ ਦਾਦੇ ਦੇ ਆਪਣੇ ਪਿਤਾ ਦੀ ਪੱਗ ਨੂੰ ਦਾਗ ਨਾ ਲਵਾ ਦੇਣਾ। ਤੋ ਦਾਦਾ ਦਾਦੀ ਦੀਆਂ ਸਿੱਖਿਆਵਾਂ ਦੁਆਰਾ ਦ੍ਰਿੜਾਈ ਗੁਰਮਤ ਦਾ ਪ੍ਰਭਾਵ ਹੀ ਸੀ ਕਿ ਸਾਹਿਬਜ਼ਾਦਿਆਂ ਨੇ ਅਤਿਆਚਾਰਾਂ ਦਾ ਮੁਕਾਬਲਾ ਕਰਦਿਆਂ ਹੋਇਆ ਹੱਸ ਕੇ ਜਾਨਾਂ ਵਾਰ ਦਿੱਤੀਆਂ ਤੇ ਪਤਾ ਲੱਗਣ ਤੇ ਮਾਤਾ ਜੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਬੱਚੇ ਜਿਹੜੇ ਪੋਤਰੇ ਹਨ ਇਹ ਧਰਮ ਤੇ ਦ੍ਰਿੜ ਰਹਿ ਕਰਕੇ ਆਪਣੀਆਂ ਜਿਹੜੀਆਂ ਕੁਰਬਾਨੀਆਂ ਦੇ ਗਏ ਹਨ, ਉਹਨਾਂ ਦੇ ਪ੍ਰਾਣ ਪੰਖੇਰੂ ਹੋ ਗਏ ਹਨ ਔਰ ਆਪਣੇ ਦਾਦੇ ਕੋਲ ਜਾ ਬਿਰਾਜੇ ਹਨ। ਤਾਂ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਪੋਤਿਆਂ ਦੀ ਸ਼ਹੀਦੀ ਤੋਂ ਮਗਰੋਂ ਮਾਤਾ ਜੀ ਆਪ ਵੀ ਸ਼ਹੀਦ ਹੋ ਗਏ। ਮੈਂ ਇੱਥੇ ਬੇਨਤੀ ਕਰਾਂ ਕਿ ਇਤਿਹਾਸ ਦੇ ਵਿੱਚ ਕਿਉਂਕਿ ਕਾਫੀ ਗੈਪ ਪੈ ਜਾਂਦੇ ਹਨ, ਕਈ ਸਾਲਾਂ ਦਾ ਬਾਅਦ ਇਤਿਹਾਸ ਲਿਖਿਆ ਜਾਂਦਾ ਹੈ। ਕਈ ਇਤਿਹਾਸਕਾਰ ਜਿਹੜੇ ਹਨ ਉਹ ਸਿੱਖੀ ਦੇ ਜਿਹੜੇ ਵਿਰੋਧੀ ਵੀ ਹੁੰਦੇ ਹਨ, ਉਹ ਜਿਹੜੇ ਸਿੱਖ ਥਿਓਲੋਜੀ ਨੂੰ, ਸਿੱਖ ਪ੍ਰਿੰਸੀਪਲ ਨੂੰ ਸਮਝਦੇ ਨਹੀਂ ਹਨ। ਉਹਨਾਂ ਨੇ ਕਈ ਤਰੀਕੇ ਦੀਆਂ ਅਫਵਾਹਾਂ ਵੀ ਉਡਾਈਆਂ। ਕਿਸੇ ਨੇ ਕਿਹਾ ਕਿ ਮਾਤਾ ਜੀ ਨੇ ਕੰਧਾਂ ਵਿੱਚ ਸਿਰ ਮਾਰ-ਮਾਰ ਕੇ ਆਪਣਾ ਜੀਵਨ ਅੰਤ ਕਰ ਲਿਆ। ਕਿਸੇ ਨੇ ਕਿਹਾ ਕਿ ਹੀਰਾ ਚੱਟ ਕੇ ਜਾਨ ਦੇ ਦਿੱਤੀ। ਕਿਸੇ ਨੇ ਕਿਹਾ ਕਿ ਗਸ਼ ਖਾ ਕੇ ਬੇਹੋਸ਼ ਹੋ ਕੇ ਡਿੱਗ ਪਏ ਤੇ ਉਹਨਾਂ ਦੇ ਪ੍ਰਾਣ ਪਖੇਰੂ ਹੋ ਗਏ। ਕਿਸੇ ਨੇ ਕਿਹਾ ਬੁਰੀ ਤੋਂ ਛਾਲ ਮਾਰ ਦਿੱਤੀ। ਲੇਕਿਨ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਉਹ ਐਵੇਂ ਮਨ ਦੇ ਢਕੌਂਸਲੇ ਹਨ, ਮਨ ਦੀਆਂ ਉਡਾਰੀਆਂ ਹਨ। ਤੋ ਕੇਵਲ ਇਹ ਹੀ ਹੈ ਕਿ ਮਾਤਾ ਜੀ ਨੇ ਉਸ ਵਕਤ ਗੁਰੂ ਚਰਨਾਂ ਦੇ ਵਿੱਚ ਆਪਣੀ ਸੁਰਤ ਜੋੜ ਕਰਕੇ ਆਪਣੇ ਪ੍ਰਾਣ ਜਿਹੜੇ ਹਨ ਉਹ ਤਿਆਗ ਦਿੱਤੇ। ਤੇ ਇਹ ਜਿਹੜੀਆਂ ਫੈਲਾਈਆਂ ਗਈਆਂ ਬਾਕੀ ਜਿਹੜਾ ਗੱਲਾਂ ਸੰਸਾਰ ਸਰਕਾਰਾਂ ਦੇ ਵਿੱਚ ਫੈਲਾਈਆਂ ਗਈਆਂ ਸਨ, ਉਹ ਜਿਵੇਂ ਅੱਜ ਕੱਲ੍ਹ ਸਰਕਾਰਾਂ ਆਪਣੇ ਕੁਕਰਮਾਂ ਤੇ ਪਰਦਾ ਪਾਉਣ ਲਈ ਕਰਦੀਆਂ ਹਨ। ਅਸਲ ਗੱਲ ਤਾਂ ਇਹ ਹੈ ਕਿ ਮੁਗਲ ਹਕੂਮਤ ਨੇ ਕਿਸੇ ਨਾ ਕਿਸੇ ਢੰਗ ਨਾਲ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਮਗਰੋਂ ਅਫਵਾਹਾਂ ਫੈਲਾ ਦਿੱਤੀਆਂ ਕਿਉਂਕਿ 85 ਵਰ੍ਹਿਆਂ ਦੀ ਬਿਰਧ ਮਾਤਾ ਨੂੰ ਖਤਮ ਕਰਨ ਦੇ ਇਲਜ਼ਾਮ ਤੋਂ ਬਚਣਾ ਜੋ ਸੀ। ਤੋ ਅਸੀਂ ਵੇਖਿਆ ਕਿ ਮਾਤਾ ਗੁਜਰ ਕੌਰ ਜੀ ਦਾ ਸਮੁੱਚਾ ਜੀਵਨ ਧਰਮ ਨੂੰ ਸਮਰਪਿਤ ਜੀਵਨ ਸੀ। ਵਿਆਹ ਤੋਂ ਪਹਿਲਾਂ ਵੀ ਉਹ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਸਨ ਅਤੇ ਵਿਆਹ ਤੋਂ ਮਗਰੋਂ ਵੀ ਆਪਣੇ ਜੀਵਨ ਦਾ ਇੱਕ ਪਲ ਸਿੱਖੀ ਨੂੰ ਸਮਰਪਿਤ ਹੋ ਕੇ ਜੀਵਿਆ। ਉਹਨਾਂ ਦੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪੁੱਤਰ ਗੁਰੂ ਗੋਬਿੰਦ ਸਿੰਘ ਜੀ ਤੇ ਪੋਤਰਿਆਂ ਨੇ ਵੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਵੀ ਸਾਰਾ ਜੀਵਨ ਸਿੱਖ ਸੰਘਰਸ਼ ਦੇ ਲੇਖੇ ਲਾ ਦਿੱਤਾ। ਤੇ ਇੱਥੇ ਮੈਂ ਸਮਝਦਾ ਕਿ ਜੋ ਕੰਟਰੀਬਿਊਸ਼ਨ ਹੈ ਉਹ ਮਾਤਾ ਗੁਜਰ ਕੌਰ ਜੀ ਦੀ ਬਹੁਤ ਹੀ ਅਸੀਮ ਹੈ। ਉਹਨਾਂ ਦੀ ਹੀ ਇਸ ਸਿੱਖਿਆ ਸਦਕਾ ਜਿਹੜੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਸੰਘਰਸ਼ ਦੇ ਉੱਪਰ ਚੱਲਦੇ ਰਹੇ ਔਰ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਵੀ ਚਾਰੇ ਸਾਹਿਬਜ਼ਾਦੇ ਵੀ ਚੱਲਦੇ ਰਹੇ। ਤੇ ਉਸ ਵਿਖੜੇ ਸਮੇਂ ਵਿੱਚ 7 ਸਾਲ ਦੇ 9 ਸਾਲ ਦੀ ਉਮਰ ਵਿੱਚ ਵੀ ਜੋ ਉਪਦੇਸ਼ ਔਰ ਜੋ ਦ੍ਰਿੜਤਾ ਮਾਤਾ ਗੁਜਰ ਕੌਰ ਜੀ ਨੇ ਦਿਖਾਈ, ਉਹਦਾ ਹੀ ਸਦਕਾ ਸੀਗਾ ਕਿ ਉਹ ਬੱਚੇ ਸੰਘਰਸ਼ ਕਰਦੇ ਰਹੇ ਔਰ ਅਖੀਰ ਤੱਕ ਵੀ ਉਹਨਾਂ ਨੇ ਜੋ ਅਫਵਾਹਾਂ ਉਸ ਕਚਹਿਰੀ ਦੇ ਅੰਦਰ ਫੈਲਾਈਆਂ ਜਾ ਰਹੀਆਂ ਸਨ ਕਿ ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਗਿਆ ਹੈ, ਤੁਹਾਡੇ ਪਿਤਾ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਤੇ ਤੁਸੀਂ ਸਾਡਾ ਈਨ ਮੰਨ ਲਓ, ਇਸਲਾਮ ਕਬੂਲ ਕਰ ਲਓ, ਤੁਹਾਨੂੰ ਬੜੇ ਉਹਨਾਂ ਨੂੰ ਲਾਲਚ ਦਿੱਤੇ। ਲੇਕਿਨ ਉਹਨਾਂ ਦੇ ਅੰਦਰ ਇੰਨੀ ਦ੍ਰਿੜਤਾ ਸੀ ਮਾਤਾ ਗੁਜਰ ਕੌਰ ਜੀ ਨੇ ਭਰੀ ਹੋਈ। ਉਹਨਾਂ ਕਿਹਾ ਵੀ ਕੋਈ ਤਾਕਤ ਐਸੀ ਜੰਮੀ ਨਹੀਂ ਹੈ ਕਿ ਜਿਹੜੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰ ਸਕੇ ਜਾਂ ਉਹਨਾਂ ਨੂੰ ਮਾਰ ਸਕੇ। ਤੋ ਇਹ ਦੇਖੋ ਕਿੰਨੀ ਦ੍ਰਿੜਤਾ ਬੱਚਿਆਂ ਅੰਦਰ ਭਰੀ ਹੈ। ਉਹ ਮਾਤਾ ਗੁਜਰ ਕੌਰ ਜੀ ਦੀ ਪਰਸਨੈਲਿਟੀ ਇਹਦੇ ਵਿੱਚੋਂ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਤੇ ਭਾਵੇਂ ਆਪਣੇ ਉੱਤੇ
ਤਸੀਹੇ ਵੀ ਸਹੀ। ਇਹ ਵੀ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਗੁਲੇਲਾਂ ਨਾਲ, ਦਰਖਤ ਨਾਲ ਬੰਨ੍ਹ ਕੇ ਗੁਲੇਲਾਂ ਵੀ ਦੂਰੋਂ ਮਾਰੀਆਂ ਜਾਂਦੀਆਂ ਰਹੀਆਂ ਤੇ ਉਹਨਾਂ ਨੂੰ ਹੋਰ ਵੀ ਕਈ ਤਰੀਕਿਆਂ ਦੇ ਨਾਲ ਉਹਨਾਂ ਨੂੰ ਜਿਹੜੀ ਕੁੱਟਮਾਰ ਕੀਤੀ ਜਾਂਦੀ ਸੀ। ਫਿਰ ਉਹਨਾਂ ਨੂੰ ਅਖੀਰ ਦੇ ਉੱਪਰ ਜਿਵੇਂ ਜਿਹੜੀ ਦੀਵਾਰ ਦੇ ਅੰਦਰ ਉਹਨਾਂ ਨੂੰ ਜਿਹੜਾ ਚਿਣਵਾ ਦਿੱਤਾ ਗਿਆ ਔਰ ਫਿਰ ਵੀ ਉਹਨਾਂ ਨੇ ਇਹ ਨਹੀਂ ਮੰਨੀ। ਤਾਂ ਇਹ ਮੈਂ ਸਮਝਦਾ ਕਿ ਜਿੱਥੇ ਉਹਨਾਂ ਦਾ ਆਪਣਾ ਜੀਵਨ ਕਰੈਕਟਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਕਰੈਕਟਰ, ਗੁਰੂ ਤੇਗ ਬਹਾਦਰ ਸਾਹਿਬ ਜੀ ਦ੍ਰਿੜਤਾ ਸਾਹਮਣੇ ਆਉਂਦੀ ਹੈ, ਸੀਸ ਦੀਆ ਪਰ ਸਿਰ ਨਾ ਦੀਆ, ਤਾਂ ਉਹੀ ਗੱਲ ਉਹਨਾਂ ਦੇ ਪੋਤਰਿਆਂ ਵਿੱਚੋਂ ਵੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਤੇ ਅੱਜ ਦਾ ਨੌਜਵਾਨ ਵਰਗ ਸਿੱਖ ਵਿਚਾਰਧਾਰਾ ਅਤੇ ਸਿੱਖੀ ਸਰੂਪ ਨੂੰ ਤੇਜ਼ੀ ਨਾਲ ਤਿਲਾਂਜਲੀ ਦੇ ਰਿਹਾ ਹੈ। ਅੱਜ ਲੋੜ ਹੈ ਮਾਤਾ ਗੁਜਰ ਕੌਰ ਜੀ ਵਰਗੀਆਂ ਮਾਤਾਵਾਂ ਜੀ, ਦਾਦੀਆਂ ਦੀ, ਜੋ ਆਪਣੇ ਬੱਚਿਆਂ ਨੂੰ ਝੋਲੇ ਵਿੱਚ ਲੈ ਕੇ ਬਚਪਨ ਤੋਂ ਹੀ ਕੁਰਾਹੇ ਪੈਣ ਤੋਂ ਰੋਕ ਕੇ ਸੱਚ ਧਰਮ ਦੇ ਮਾਰਗ ਤੇ ਤੋਰਨ ਤੇ ਆਪਣਾ ਇਹ ਪਵਿੱਤਰ ਕਾਰਜ ਜੋ ਮਾਤਾ ਗੁਜਰ ਕੌਰ ਜੀ ਨੇ ਪੂਰਾ ਕੀਤਾ, ਉਸ ਨੂੰ ਵੀ ਕਰੀਏ। ਤਾਂ ਅੱਜ ਅਸੀਂ ਮਾਤਾ ਗੁਜਰ ਕੌਰ ਜੀ ਦੇ ਜੋ ਚਾਨਣ ਭਰਿਆ ਜਿਹੜਾ ਜੀਵਨ ਸੀ ਉਸ ਨੂੰ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਖਾਸ ਤੌਰ ਤੇ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਇਕੱਠਾ ਬਿਠਾਏ ਹੀ। ਅੱਜ ਕੱਲ੍ਹ ਇਹ ਬੜੀ ਤਰਾਸਦੀ ਹੈ ਕਿ ਪਰਿਵਾਰ ਇਕੱਠਾ ਬੈਠਦਾ ਹੀ ਨਹੀਂ ਹੈ, ਤੇ ਜੇ ਪਰਿਵਾਰ ਇਕੱਠਾ ਬੈਠੇ ਤੇ ਉੱਥੇ ਪੁਰਾਤਨ ਸਮੇਂ ਅੰਦਰ ਦਾਦੀਆਂ ਆਪਣੀ ਝੋਲੀ 'ਚ ਲੈ ਕਰਕੇ ਉਹਨਾਂ ਨੂੰ ਸਾਖੀਆਂ ਸੁਣਾਉਂਦੀਆਂ ਸਨ। ਤੇ ਅਗਰ ਮੁੜ ਕੇ ਸਿੱਖੀ ਨੂੰ ਦੁਬਾਰਾ ਉਜਾਗਰ ਕਰਨਾ ਹੈ ਤਾਂ ਉਹਦਾ ਇਹੀ ਤਰੀਕਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਇਕੱਠਾ ਕਰੀਏ ਤੇ ਉਹਨਾਂ 'ਚ ਬੈਠ ਕਰਕੇ। ਮੈਨੂੰ ਇੱਕ ਕਿਸੇ ਵਿਦਵਾਨ ਦੀ ਗੱਲ ਯਾਦ ਆ ਰਹੀ ਹੈ ਗੁਰਮੁਖ ਦੀ, ਤੇ ਉਹ ਕਹਿ ਰਹੇ ਸਨ ਬਈ ਜੇਕਰ ਸਾਡੇ ਘਰਾਂ ਦੇ ਵਿੱਚ ਸਵੇਰੇ ਜਪਜੀ ਸਾਹਿਬ ਤੇ ਰਾਤ ਨੂੰ ਰਹਿਰਾਸ ਇਕੱਠਿਆਂ ਪੜ੍ਹਿਆ ਜਾਂਦਾ ਹੈ, ਕੋਈ ਤਾਕਤ ਨਹੀਂ ਹੈ ਕਿ ਜਿਹੜੀ ਸਿੱਖੀ ਨੂੰ ਪਿੱਛੇ ਸੁੱਟ ਸਕੇ ਜਾਂ ਸਿੱਖੀ ਕਿਸੇ ਤਰੀਕੇ ਨਾਲ ਵੀ ਜਿਹੜੀ ਹੈ ਕਮਜ਼ੋਰ ਹੋਵੇ। ਤੋ ਅੱਜ ਲੋੜ ਹੈ ਮਾਤਾ ਗੁਜਰੀ ਜੀ ਵਰਗੀਆਂ ਮਾਤਾਵਾਂ ਦੀ, ਜੋ ਆਪਣੇ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਸੱਚ ਧਰਮ ਦੇ ਮਾਰਗ ਤੇ ਤੋਰਨ ਦੇ ਪਵਿੱਤਰ ਕਾਰਜ ਵਿੱਚ ਜੁਟ ਜਾਣ। ਤੋਂ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਦੁਆ ਜੋੜ ਕੇ ਖਿਮਾ ਮੰਗਦਾ ਹਾਂ। ਗਾਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਵੀਰ ਤੇਜਿੰਦਰ ਸਿੰਘ ਜੀ। ਆਪ ਜੀ ਨੇ ਅੱਜ ਇਹ ਜੋ ਇਤਿਹਾਸ ਦੇ ਪੱਤਰੇ ਸਾਡੇ ਸਾਹਮਣੇ ਰੱਖੇ ਹਨ, ਮਾਤਾ ਗੁਜਰ ਕੌਰ ਜੀ ਦਾ ਇਤਿਹਾਸ, ਤਾਂ ਸੰਗਤ ਜੀ ਆਪ ਜੀ ਨੇ ਸੁਣਿਆ ਹੀ ਹੈ ਕਿ ਕਿਤਨੀ ਬਹਾਦਰੀ ਦੀ ਔਰ ਕਿੰਨੀ ਆਦਰਸ਼ਕ ਜੀਵਨ ਸੀ ਮਾਤਾ ਗੁਜਰ ਕੌਰ ਜੀ ਦਾ। ਮੈਂ ਬੇਨਤੀ ਕਰਦੇ ਹਾਂ ਕਿ ਔਰਤ ਨੂੰ ਬਹੁਤ ਸਾਰੇ ਮਤਾਂ ਵਿੱਚ ਔਰ ਬਹੁਤ ਸਾਰੇ ਖਿੱਤਿਆਂ ਵਿੱਚ ਉਹਨੂੰ, ਔਰਤ ਨੂੰ ਹਮੇਸ਼ਾ ਇੱਕ ਵੀਕ ਲਿੰਗ ਮੰਨਿਆ ਗਿਆ ਸੀ। ਵੀ ਬੰਦੇ ਨੂੰ ਕਹਿੰਦੇ ਤਾਕਤਵਰ ਨੇ, ਔਰਤਾਂ ਕਮਜ਼ੋਰ ਨੇ। ਈਵਨ ਇਹ ਜਿਹੜੇ ਸਾਡੇ ਬਹੁਤ ਡਿਵੈਲਪ ਕੰਟਰੀਜ਼ ਨੇ, ਇਹਨਾਂ 'ਚ ਵੀ ਔਰਤਾਂ ਨੂੰ ਜਿਹੜੇ ਹੱਕ ਹਕੂਕ ਨੇ ਉਹ ਬੜੀ ਹੁਣ ਆ ਕੇ ਮਿਲੇ ਨੇ 20ਵੀਂ ਸਦੀ 'ਚ। ਜਦਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖ ਲਓ 15ਵੀਂ ਸਦੀ 'ਚ ਨਾਰਾ ਮਾਰਿਆ ਕਿ ਇਹ ਜਿਹੜੀ ਔਰਤ ਹੈ ਇਹ ਸਭ ਦੀ ਜਨਨੀ ਹੈ ਤੇ ਕਿਸੇ ਕੋਲੋਂ ਪਿੱਛੇ ਨਹੀਂ ਸਗੋਂ ਅੱਗੇ ਹੈ। ਗੁਰੂ ਮਹਾਰਾਜ ਦੇ ਇਸ ਨਾਰੇ ਦਾ ਸਦਕਾ ਹੀ ਸੀ ਕਿ ਸਿੱਖ ਮਤ ਵਿੱਚ ਇਹ ਸਾਡੀਆਂ ਮਾਤਾਵਾਂ ਪੈਦਾ ਹੋਈਆਂ ਜਿਨ੍ਹਾਂ ਨੇ ਇਤਿਹਾਸ ਰਚਿਆ। ਜਿਵੇਂ ਕਿ ਅੱਜ ਤੁਸੀਂ ਸੁਣਿਆ, ਪਿਛਲੇ ਹਫ਼ਤਿਆਂ 'ਚ ਅਸੀਂ ਸੁਣਿਆ ਤੇ ਹੋਰ ਮਾਤਾਵਾਂ ਦਾ ਜ਼ਿਕਰ, ਤਾਂ ਅੱਜ ਵੀ ਜਿਹੜਾ ਹੁਣ ਤੁਸੀਂ ਜ਼ਿਕਰ ਸੁਣਿਆ, ਮੈਂ ਸੁਣਿਆ ਗੁਰੂ ਨਾਨਕ ਸਾਹਿਬ ਜੀ ਦੇ ਉਸ ਜਿਹੜਾ ਉਹਨਾਂ ਨੇ ਮਿਹਨਤ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਉਹ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ। ਤੇ ਕਿਉਂਕਿ ਜਿਸ ਵੇਲੇ ਕਿਸੇ ਨੂੰ ਕਿਹਾ ਜਾਵੇ ਤੂੰ ਤੇ ਕਮਜ਼ੋਰ ਹੈ, ਤਾਂ ਮਾਨਸਿਕ ਤੌਰ ਤੇ ਉਹਦੇ 'ਚ ਹੀਣ ਭਾਵਨਾ ਆ ਜਾਂਦੀ ਹੈ। ਤੇ ਮੈਂ ਸਮਝਦਾ ਵੀ ਜਿਸ ਹਿਸਾਬ ਆਪਾਂ ਬਾਕੀ ਸੱਜੇ ਖੱਬੇ ਇਤਿਹਾਸ ਪੜ੍ਹਦੇ ਹਾਂ, ਵੀ ਕਿਸੇ ਨੇ ਲਿਖਿਆ ਜੀ ਔਰਤ ਪੈਰ ਦੀ ਜੁੱਤੀ ਹੁੰਦੀ ਹੈ, ਕਿਸੇ ਨੇ ਆਪਣੇ ਆਪ ਨੂੰ ਜਿਹੜਾ ਵਿਦਵਾਨ ਕਹਿੰਦੇ ਸਨ, ਕਈ ਮਾਤਾ ਜੀ ਨੂੰ ਵਿਦਵਾਨ ਅੱਜ ਵੀ ਮੰਨਦੇ ਨੇ, ਜਿਹਨੇ ਕਹਿ ਦਿੱਤਾ ਕਿ ਇਹ ਜਿਹੜੀ ਔਰਤ ਹੈਗੀ ਹੈ ਇਹ ਤਾਂ ਤੁਹਾਡੇ ਮਤਲਬ ਆ ਵੀ ਆਤਮਿਕ ਰਸਤੇ 'ਚ ਬੜੀ ਵੱਡੀ ਰੁਕਾਵਟ ਹੈ। ਜੇ ਆਤਮਿਕ ਰਸਤੇ 'ਚ ਰੁਕਾਵਟ ਹੈ ਤੇ ਭਲਿਆ ਤੂੰ ਮਤਲਬ ਆ ਵੀ ਜਨਮ ਕਿੱਥੋਂ ਲਿਆ? ਇਹ ਤੇ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦੱਸੀ। ਤਾਂ ਇਹ ਹੀਣ ਭਾਵਨਾ ਕਰਕੇ ਦੇਖੋ, ਕੋਈ ਵੀ ਭਾਵੇਂ ਬੰਦਾ ਹੋਵੇ, ਔਰਤ ਹੋਵੇ, ਬਜ਼ੁਰਗ ਹੋਵੇ, ਬੱਚਾ ਹੋਵੇ, ਅਗਰ ਤੁਸੀਂ ਕਿਸੇ ਨੂੰ ਅਨਨੈਸੈਸਰੀ ਕ੍ਰਿਟਿਸਾਈਜ਼ ਕਰੋਗੇ, ਉਹਨੂੰ ਹੀਣ ਭਾਵਨਾ ਦਾ ਅਹਿਸਾਸ ਕਰਾਓਗੇ, ਤਾਂ ਉਹਦੀ ਮੈਂਟਲ ਡਿਵੈਲਪਮੈਂਟ ਵੀ ਰੁਕੇਗੀ, ਫਿਜ਼ੀਕਲ ਡਿਵੈਲਪਮੈਂਟ ਵੀ ਰੁਕੇਗੀ। ਮੈਂ ਸਮਝਦਾ ਇਹੀ ਕਾਰਨ ਸੀਗਾ ਵੀ ਔਰਤਾਂ ਨੂੰ ਪਿੱਛੇ ਰੱਖਿਆ ਗਿਆ, ਪਰ ਜਿੱਥੇ ਉਹਨਾਂ ਨੂੰ ਚਾਂਸ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਉਹਨਾਂ ਦੇ ਬਰਾਬਰ ਹਕੂਕ ਦਿੱਤੇ ਗਏ, ਉੱਥੇ ਉਹਨਾਂ ਨੇ ਉਹ ਕਰਕੇ ਵਿਖਾਇਆ ਜਿਹੜਾ ਕਿ ਕਿਸੇ ਤਰ੍ਹਾਂ ਵੀ ਮੇਲ ਮੈਂਬਰਸ ਤੋਂ ਘੱਟ ਨਹੀਂ ਸੀ।
तो साडा इतिहास ते बहुत संगत जी बड़ा अमीर इतिहास है, सिख इतिहास। ਇਹਦੇ 'ਚ ਇੱਕ ਨਹੀਂ, ਆਪਾਂ ਹੁਣ ਇਹਨਾਂ ਤੀਜੇ 3 ਹਫ਼ਤਿਆਂ 'ਚ ਹੀ ਤਕਰੀਬਨ 7 ਮਤਲਬ ਵੀ ਇਹਨਾਂ ਮਾਤਾਵਾਂ ਦੀਆਂ ਸ ਗੱਲਾਂ ਸੁਣ ਚੁੱਕੇ ਹਾਂ ਤੇ ਹੋਰ ਬੜੀਆਂ। ਔਰ ਅੱਜ ਦੀ ਤਰੀਕ 'ਚ ਵੀ ਸਾਡੀਆਂ ਇਹਨਾਂ ਭੈਣਾਂ ਮਾਤਾਵਾਂ ਨੇ ਹਰ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ। ਤੇ ਮੈਂ ਉਸ ਗੱਲ ਨੂੰ ਫਿਰ ਰਿਪੀਟ ਕਰਦਾ ਵੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਸੀ ਕਿ ਉਹਨਾਂ ਨੇ ਔਰਤ ਨੂੰ ਉਹਨਾਂ ਦਾ ਬਣਦਾ ਸਥਾਨ ਦਿਵਾ ਕੇ ਔਰ ਗੁਰਬਾਣੀ ਵਿੱਚ ਇਹ ਗੱਲ ਅੰਕਿਤ ਕਰਕੇ ਔਰ ਬਿਲਕੁਲ ਸਾਰੇ ਸੰਸਾਰ ਨੂੰ, ਖਲਕਤ ਨੂੰ ਬਹੁਤ ਉੱਚੀ ਕਰਕੇ ਦੱਸੀ ਕਿ ਇਹ ਤੁਹਾਡੀ ਗਲਤੀ ਹੈ ਜਿੱਥੇ ਤੁਸੀਂ ਔਰਤ ਨੂੰ ਗੁਲਾਮ ਕਹਿੰਦੇ ਹੋ। ਔਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਦੀ ਤਰੀਕ 'ਚ ਵੀ ਜਦ ਕਿ ਅਸੀਂ ਬਾਕੀ ਮਟੀਰੀਅਲਿਸਟਿਕ ਤੌਰ ਤੇ ਕਿੰਨੀ ਅਸੀਂ ਤਰੱਕੀ ਕੀਤੀ ਹੈ, ਪਰੰਤੂ ਅੱਜ ਦੀ ਤਰੀਕ 'ਚ ਵੀ ਕਈਆਂ ਥਾਂ ਤੇ ਅਜੇ ਵੀ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਮਿਲਦਾ। ਮੈਨੂੰ ਕਹਿਣ 'ਚ ਇਹਦੇ 'ਚ ਕੋਈ ਚੱਕ ਨਹੀਂ ਹੈ। ਬੇਸ਼ੱਕ ਅਸੀਂ ਗੁਰੂ ਕੇ ਸਿੱਖ ਹਾਂ ਔਰ ਅਸੀਂ ਕਹਿਣ ਨੂੰ ਤਾਂ ਵੀ ਕਹਿੰਦੇ ਹਾਂ ਵੀ ਔਰਤਾਂ ਦਾ ਦਰਜਾ ਬਰਾਬਰ ਹੈ, ਪਰੰਤੂ ਕੀ ਸਾਡੇ 100% ਸਿੱਖ ਘਰਾਂ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ? ਇਹ ਗੱਲ ਸਾਰਿਆਂ ਨੂੰ ਸੋਚਣ ਵਾਲੀ ਹੈ। ਅਜੇ ਵੀ ਕੁਝ ਪਰਸੈਂਟੇਜ ਐਸੀ ਹੈ ਜਿੱਥੇ ਇਹ ਗੱਲਾਂ ਜਿਹੜੀਆਂ ਨੇ ਚੱਲਦੀਆਂ ਨੇ ਕਿ ਅਜੇ ਵੀ ਅਸੀਂ ਕਹਿਣ ਨੂੰ ਕਹਿੰਦੇ ਹਾਂ, ਪਰੰਤੂ ਉਹਨਾਂ ਨੂੰ ਪੂਰਾ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ। ਔਰ ਕਈਆਂ ਮਤਾਂ 'ਚ ਤੇ ਉਹਦੀ ਪੂਰੀ ਵੋਟ ਵੀ ਨਹੀਂ ਹੈਗੀ। ਇਹਨਾਂ ਸਾਰਿਆਂ ਕੁਝ ਦੇ ਹੋਣ ਦੇ ਕਾਰਨ ਹੀ, ਇਹਨਾਂ ਕਾਰਨਾਂ ਕਰਕੇ ਹੀ ਔਰਤਾਂ ਅੱਗੇ ਨਹੀਂ ਆ ਸਕੀਆਂ। ਤੇ ਮੈਂ ਸਮਝਦਾ ਵੀ ਜਿੰਨਾ ਚਿਰ ਔਰਤਾਂ ਔਰ ਮਰਦ ਨੂੰ ਬਰਾਬਰ ਦੇ ਹਕੂਕ ਨਹੀਂ ਦਿੱਤੇ ਜਾਂਦੇ, ਉਹਨਾਂ ਚਿਰ ਉਸ ਕੌਮ ਦੀ, ਉਸ ਖਿੱਤੇ ਦੀ ਡਿਵੈਲਪਮੈਂਟ ਵੀ ਨਹੀਂ ਹੋ ਸਕਦੀ ਪੂਰਨ। ਔਰ ਇੱਕ ਜਿਹੜੀ ਇਸ ਤੋਂ ਵੱਧ ਗੱਲ ਹੈ ਉਹ ਇਹ ਹੈ ਕਿ ਜੇ ਅਸੀਂ ਸੋਚੀਏ ਕਿ ਸਾਡਾ ਪਰਿਵਾਰ ਚੰਗਾ ਪਰਿਵਾਰ ਬਣੇ ਤਾਂ ਇੱਕ ਨਿੱਗਰ ਪਰਿਵਾਰ ਦੀ ਨੀਂਹ ਜਿਹੜੀ ਹੈ ਉਹ ਮਾਂ ਹੁੰਦੀ ਹੈ। ਜੇ ਘਰ ਦੀ ਮਾਤਾ ਜਿਹੜੀ ਹੈ ਉਹ ਗੁਰਮਤਿ ਦੀ ਸੋਝੀ ਰੱਖਦੀ ਹੋਏਗੀ ਜਾਂ ਉਹ ਦਿਲ ਗੁਰਦੇ ਵਾਲੀ ਹੋਏਗੀ ਤਾਂ ਉਹਦੇ ਬੱਚਿਆਂ ਤੇ ਉਹੀ ਅਸਰ ਹੋਏਗਾ। ਕੱਲ ਵੀ ਅਸੀਂ ਜਿਸ ਵੇਲੇ ਗੱਲਬਾਤ ਕਰ ਰਹੇ ਸਾਂ ਤੇ ਡਾਕਟਰ ਸੁਰਿੰਦਰ ਸਿੰਘ ਜੀ ਨੇ ਇਹੋ ਜਿਹੀ ਗੱਲ ਕਹੀ ਸੀ, ਕੀਤੀ ਸੀ ਵੀ ਕਿਸ ਤਰ੍ਹਾਂ ਕਿਆ ਬੱਚੇ ਤੇ ਅਸਰ ਪੈਂਦਾ ਕਿ ਨਹੀਂ ਮਾਤਾ ਦਾ? ਬਿਲਕੁਲ ਪੈਂਦਾ ਹੈਗਾ। ਜਿਹੜਾ এনवायरमेंट ਹੋਵੇ, ਬੱਚਾ ਕੀ ਹੋਵੇ, ਕੋਈ ਵੀ ਹੋਵੇ, ਸਾਨੂੰ ਜਿਹੋ ਜਿਹਾ এনवायरमेंट ਮਿਲਦਾ ਹੈ, ਜਿਹੋ ਜਿਹਾ ਸਾਡਾ ਸਾਥ ਹੁੰਦਾ ਸੀ ਉਹੋ ਜਿਹੇ ਬਣ ਜਾਂਦੇ। ਤੇ ਜੇਕਰ ਮਾਤਾਵਾਂ ਤਕੜੀਆਂ ਹੋਣਗੀਆਂ, ਮਾਤਾਵਾਂ ਗੁਰਮਤਿ ਦੀਆਂ ਧਾਰਨੀਆਂ ਹੋਣਗੀਆਂ ਤਾਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਬਿਲਕੁਲ ਗੁਰਮਤਿ ਦੇ ਧਾਰਨੀ ਬਣਨਗੇ। ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਅੱਜ ਸਾਡੀਆਂ ਬਹੁਤ ਸਾਰੀਆਂ ਸਾਡੀ ਜਿਹੜੀ ਹੁਣ ਦੀ ਅਜੋਕੀ ਪੀੜ੍ਹੀ ਹੈ ਅਗਰ ਧਰਮ ਤੋਂ ਦੂਰ ਜਾ ਰਹੀ ਹੈ, ਸਦਾਚਾਰ ਤੋਂ ਦੂਰ ਜਾ ਰਹੀ ਹੈ, ਤੇ ਮੈਨੂੰ ਬਿਲਕੁਲ ਖਿਮਾ ਕਰਨਾ, ਮਾਤਾਵਾਂ ਸੋਚਣ ਵੀ ਇਹਦਾ ਕਾਰਨ ਕੀ ਹੈ। ਜੇਕਰ ਬੱਚੇ ਨੂੰ ਪ੍ਰੋਪਰ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਬੱਚਾ ਤੁਹਾਡੀ ਉਸ ਪ੍ਰੋਪਰ ਕੰਟਰੋਲ 'ਚ ਵੀ ਨਹੀਂ ਆ ਸਕਦਾ। ਇਹ ਠੀਕ ਹੈ ਕਿ ਮਰਦਾਂ ਨੇ ਕੰਮਕਾਰ ਕਰਨੇ ਹੁੰਦੇ ਹਨ ਤੇ ਬੱਚਿਆਂ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਮਾਤਾਵਾਂ ਦੇ ਹਿੱਸੇ ਆਉਂਦੀ ਹੈ। ਹਾਲਾਂਕਿ ਅੱਜ ਦੀ ਤਰੀਕ ਵਿੱਚ ਤਾਂ ਬਹੁਤ ਗਿਣਤੀ ਜਿਹੜੀਆਂ ਨੇ ਮਾਤਾਵਾਂ ਜਿਹੜੀਆਂ ਨੇ, ਭੈਣਾਂ ਜਿਹੜੀਆਂ ਨੇ, ਉਹ ਵੀ ਕੋਈ ਨਾ ਕੋਈ ਬਿਜ਼ਨਸ ਜਾਂ ਸਰਵਿਸ ਕੁਛ ਨਾ ਕੁਛ ਕਰਦੀਆਂ ਨੇ, ਕਿਉਂਕਿ ਹੁਣ ਜ਼ਮਾਨਾ ਬਦਲ ਗਿਆ, ਆਪਾਂ 21ਵੀਂ ਸਦੀ 'ਚ ਆ ਗਏ। ਪਰੰਤੂ ਫਿਰ ਵੀ ਹਰ ਘਰ 'ਚ ਸੋਚਣਾ ਚਾਹੀਦਾ ਕਿ ਬੱਚਿਆਂ ਨੂੰ ਅਸੀਂ ਪ੍ਰੋਪਰ ਟਾਈਮ ਦੇਈਏ। ਜਿਨ੍ਹਾਂ ਘਰਾਂ ਵਿੱਚ ਬੱਚਿਆਂ ਨੂੰ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਂਦਾ ਉਹ ਬੱਚੇ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ। ਹਾਲਾਂਕਿ ਕਿਉਂਕਿ ਸਾਡਾ ਬੜਾ ਇਸ ਵੇਲੇ ਜਿਹੜਾ ਸਾਡਾ ਐਰਾ ਚੱਲ ਰਿਹਾ, ਇਹ 'ਚ ਬੜਾ ਮਤਲਬ ਵੀ ਨੱਠ ਭੱਜ ਹੈ, ਹਰ ਬੰਦੇ ਨੂੰ ਨੱਠ ਭੱਜ ਹੈ, ਚਾਹੇ ਕਿਸੇ ਸਟੇਜ ਤੇ ਹੈ, ਉਹਨੂੰ ਨੱਠ ਭੱਜੀ ਹੈ। ਪਰੰਤੂ ਇਸ ਨੱਠ ਭੱਜ ਦੇ ਵਿੱਚ ਰਹਿੰਦਿਆਂ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਜੇਕਰ ਅਸੀਂ ਨਹੀਂ ਖਿਆਲ ਰੱਖਾਂਗੇ, ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਦਿਆਂਗੇ, ਉਹਨਾਂ ਨੂੰ ਗੁਰਮਤਿ ਨਾਲ ਨਹੀਂ ਜੋੜਾਂਗੇ, ਤਾਂ ਫਿਰ ਅਸੀਂ ਐਕਸਪੈਕਟ ਕਰੀਏ ਕਿ ਸਾਡੇ ਬੱਚੇ ਜਾਂ ਆਉਣ ਵਾਲਾ ਭਵਿੱਖ ਸਾਡਾ ਠੀਕ ਹੋਏਗਾ? ਨਹੀਂ। ਇੱਕ ਗੱਲ ਮੈਂ ਹੋਰ ਤੁਹਾਡੇ ਤੋਂ ਖਿਮਾ ਮੰਗ ਕੇ ਕਰਦਾ ਕਿ ਜਿੱਥੇ ਹੋਰ ਅਸੀਂ ਬੜੀ ਤਰੱਕੀ ਕੀਤੀ ਹੈ ਉੱਥੇ ਸਾਡੇ ਫੈਸ਼ਨ ਵੀ ਬਦਲ ਗਏ ਨੇ ਔਰ ਬਹੁਤ ਸਾਰੇ ਖਾਣ ਪੀਣ ਦੇ ਫੈਸ਼ਨ ਵੀ ਬਦਲ ਗਏ ਨੇ, ਜਿਨ੍ਹਾਂ ਨੂੰ ਸੋਚਣਾ ਚਾਹੀਦਾ। ਕੁਝ ਇੱਕ ਐਸੀਆਂ, ਜਿਵੇਂ ਮੈਨੂੰ ਖਿਮਾ ਕਰਨਾ, ਅਲਕੋਹਲ ਵਗੈਰਾ, ਉਹ ਸਾਡਾ ਫੈਸ਼ਨ ਬਣ ਗਿਆ। ਮੈਂ ਬਾਕੀ ਮਤਾਂ ਦੀ ਨਹੀਂ ਗੱਲ ਕਰ ਰਿਹਾ, ਹੁਣ ਮੈਂ ਆਪਣੀ ਕਰ ਰਿਹਾ ਕਿ ਜਿਹੜੇ ਨਹੀਂ ਵੀ ਸੇਵਨ ਕਰਦੇ ਉਹ ਵੀ ਵਿਆਹ ਸ਼ਾਦੀਆਂ ਦੇ ਟਾਈਮ ਤੇ ਜਾਂ ਇਹੋ ਜਿਹੇ ਪ੍ਰੋਗਰਾਮਾਂ ਦੇ ਟਾਈਮ ਤੇ ਉੱਥੇ ਵੀ ਦੇਖਿਆ ਗਿਆ ਵੀ ਇਹ ਹੋ ਜਾਂਦੀ ਹੈ। ਜਿਹੜੀ ਚੀਜ਼ 50-60 ਸਾਲ ਪਹਿਲੇ ਲੁੱਕ ਕੇ ਕੀਤੀ ਜਾਂਦੀ ਸੀ, ਅੱਜ ਨੁਮਾਇਸ਼ ਲਾ ਕੇ ਕੀਤੀ ਜਾਂਦੀ, ਤੇ ਇਹਨਾਂ ਦਾ ਅਸਰ ਸਾਡੇ ਬੱਚਿਆਂ ਤੇ ਕੀ ਪੈਂਦਾ ਇਹ ਸ਼ਾਇਦ ਕਦੀ ਸੋਚਿਆ ਨਹੀਂ। ਤਾਂ ਆਓ
ਮਾਤਾ ਹੋਵੇ ਜਾਂ ਪਿਤਾ ਹੋਵੇ, ਜਿੰਨਾ ਚਿਰ ਰੋਲ ਮਾਡਲ ਨਹੀਂ ਬਣਦੇ, ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦੇ ਆਖੇ ਵਿੱਚ ਨਹੀਂ ਰਹਿਣਗੀਆਂ, ਔਰ ਉਹਨਾਂ ਦੀ ਜਿਹੜੀ ਪ੍ਰੋਪਰ ਗਰੂਮਿੰਗ ਹੈ ਉਹ ਵੀ ਨਹੀਂ ਹੋਏਗੀ। ਤੋ ਇਸ ਕਰਕੇ ਹਰ ਮਾਤਾ ਪਿਤਾ ਜਿਹੜਾ ਉਹਨੂੰ ਰੋਲ ਮਾਡਲ ਬਣਨਾ ਚਾਹੀਦਾ। ਅਸੀਂ ਸੋਚੀ ਜੀ ਮੈਂ ਇਹ ਕਰ ਰਿਹਾ, ਮੈਂ ਉਹ ਕਰ ਰਿਹਾ, ਚੰਗੀ ਗੱਲ ਹੈ ਤੂੰ ਕਰ ਰਿਹਾ, ਪਰ ਇਹ ਵੀ ਸੋਚ ਕਿ ਭਵਿੱਖ ਕੀ ਹੈ। ਦੇਖੋ, ਜਿਨ੍ਹਾਂ ਦੇ ਬੱਚੇ ਜਿਹੜੇ ਨੇ ਉਹ ਗੁਰਮਤਿ ਧਾਰਨੀ ਸਦਾਚਾਰ ਜੀਵਨ ਵਾਲੇ ਜਿਹੜੇ ਮਾਤਾ ਪਿਤਾ ਉਹਨਾਂ ਨੂੰ ਗਰੂਮ ਕਰਦੇ ਨੇ, ਮੈਂ ਤੇ ਕਹਿੰਦਾ ਜੇ ਆਪਾਂ ਸੈਲਫਿਸ਼ ਹੋ ਕੇ ਵੀ ਸੋਚੀਏ ਤਾਂ ਜਿਸ ਵੇਲੇ ਮਨੁੱਖ ਬਜ਼ੁਰਗ ਹੋ ਜਾਂਦਾ ਹੈ, ਹੁਣ ਜਿਸ ਅਵਸਥਾ 'ਚ ਅਸੀਂ ਤੁਰੇ ਫਿਰਦੇ ਹਾਂ, ਜਿਸ ਵੇਲੇ ਮਨੁੱਖ ਬਜ਼ੁਰਗ ਹੋ ਜਾਂਦਾ ਹੈ, ਉਸ ਵੇਲੇ ਉਹਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਪਾਲਿਆ, ਉਹ ਮਹਾਰਾਜ ਨੇ ਬਾਣੀ ਜਿਹੜਾ ਲਿਖਿਆ ਕਿ ਜੈਸਾ ਬੀਜੇ ਸੋ ਉਹਨੇ ਕਰਮਾਂ ਸੰਦਲਾ ਕੇ, ਜੇ ਸਾਨੂੰ ਚੰਗੀ ਤਰ੍ਹਾਂ ਪਾਲਿਆ ਤੇ ਤੁਹਾਡਾ ਬੁਢਾਪਾ ਵੀ ਚੰਗੀ ਤਰ੍ਹਾਂ ਨਿਕਲੇਗਾ। ਪਰ ਜੇਕਰ ਉਸ ਵੇਲੇ ਅਸੀਂ ਬੇਪਰਵਾਹ ਰਹੇ ਹਾਂ, ਆਪਣੀ ਐਸ਼ਪ੍ਰਸਤੀ 'ਚ ਰਹੇ ਹਾਂ, ਤੇ ਹੁਣ ਠੀਕ ਹੈ, ਬੱਚਿਆਂ ਨੂੰ ਐਸ਼ਪ੍ਰਸਤੀ 'ਚ ਰਹਿਣਾ, ਤੁਹਾਡੀ ਪਰਵਾਹ ਕਿਉਂ ਕਰਨਾ। ਔਰ ਦੈਟਸ ਵਾਈ ਮੈਂ ਅੱਗੇ ਵੀ ਇੱਕ ਵਾਰੀ ਰੈਫਰੈਂਸ ਦਿੱਤਾ ਕਿ ਬਹੁਤ ਕੱਲ ਦੀ ਵੀ ਗੱਲ ਕੀਤੀ ਸੀ ਵੀ ਜਿਹੜੇ ਬਿਰਧ ਆਸ਼ਰਮ ਖੁੱਲ ਰਹੇ ਨੇ ਇਹ ਤਾਂ ਮਨੁੱਖਤਾ ਦੇ ਮੱਥੇ ਤੇ ਕਲੰਕ ਨੇ। ਠੀਕ ਹੈ, ਮੈਂ ਇਹ ਨਹੀਂ ਕਹਿੰਦਾ ਵੀ ਨਾ ਖੋਲਣ, ਕਿਉਂਕਿ ਜਿਹੜੇ ਵਿਚਾਰਾਂ ਕੋਲ ਕੋਈ ਅਰੇਂਜਮੈਂਟ ਨਹੀਂ ਹੈ ਉਹਨਾਂ ਨੇ ਉੱਥੇ ਜਾਣਾ, ਉਹਦੇ ਲਈ ਤਾਂ ਠੀਕ ਹੈ। ਪਰੰਤੂ ਅਸੀਂ ਇਹ ਕਿਉਂ ਨਾ ਸੋਚੀਏ ਵੀ ਸਾਡਾ ਸਮਾਜ ਇਹੋ ਜਿਹਾ ਹੋਵੇ ਜਿੱਥੇ ਹਰੇਕ ਦੀ ਕਦਰ ਹੋਵੇ। ਫਿਰ ਸਿੱਖ ਸਮਾਜ ਤਾਂ ਬੜਾ ਆਦਰਸ਼ਕ ਸਮਾਜ ਹੈ। ਗੁਰਬਾਣੀ ਸਾਡੇ ਕੋਲ ਜਿਹੜਾ ਐਡਾ ਵੱਡਾ ਖਜ਼ਾਨਾ ਹੈ, ਜ਼ਿੰਦਗੀ ਦੇ ਹਰ ਪਹਿਲੂ ਦੀ ਸਾਡੀ ਅਗਵਾਈ ਕਰਦੀ ਗੁਰਬਾਣੀ। ਤੋ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਓ ਅਸੀਂ ਚੰਗਾ ਸਮਾਜ ਸਿਰਜੀਏ। ਤੇ ਮੈਂ ਫੇਰ ਗੱਲ ਕਹਾਂਗਾ ਕਿ ਚੰਗਾ ਸਮਾਜ ਸਿਰਜਣ ਲਈ ਚੰਗੀਆਂ ਮਾਤਾਵਾਂ ਦੀ ਜ਼ਰੂਰਤ ਹੈ। ਜਿਸ ਮਾਤਾ ਦਾ ਆਪਣਾ ਜੀਵਨ ਚੰਗਾ ਹੈ, ਉਹਦੀ ਕੁੱਲ ਜਿਹੜੀ ਹੈ ਬਿਲਕੁਲ ਚੰਗੀ ਹੋਏਗੀ, ਇਹ 'ਚ ਦੂਜੀ ਰਾਏ ਨਹੀਂ ਹੋ ਸਕਦੀ। ਤੋ ਆਓ ਸੰਗਤ ਜੀ, ਆਪਾਂ ਸਾਰੇ ਜਿੱਥੇ ਇਤਿਹਾਸ ਸੁਣਿਆ, ਇਤਿਹਾਸ ਦਾ ਮਤਲਬ ਹੀ ਹੁੰਦਾ ਜੀ ਵੀ ਇਤਿਹਾਸ ਦਾ ਮੇਨ ਪਰਪਸ ਹੀ ਹੁੰਦਾ ਕਿ ਇਤਿਹਾਸ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਲਈ ਮਾਰਗਦਰਸ਼ਕ ਬਣਦਾ। ਸੋ ਜਿਹੋ ਜਿਹਾ ਸਾਡਾ ਇਤਿਹਾਸ ਵਧੀਆ ਹੋਏਗਾ, ਸਾਡਾ ਇਤਿਹਾਸ ਬਹੁਤ ਵਧੀਆ, ਤੇ ਉਹ ਸਾਨੂੰ ਮਾਰਗਦਰਸ਼ਕ ਕਰਦਾ। ਪਰੰਤੂ ਮਾਰਗਦਰਸ਼ਕ ਤਾਂ ਹੀ ਕਰੇਗਾ ਜੇ ਅਸੀਂ ਉਸ ਇਤਿਹਾਸ ਨੂੰ ਪੜ੍ਹਾਂਗੇ, ਉਹਨੂੰ ਵਾਚਾਂਗੇ, ਸੋਚਾਂਗੇ, ਉੱਤੇ ਚੱਲਾਂਗੇ। ਮੇਰੇ ਕੋਲ ਲਾਈਟ ਹੋਵੇ, ਮੈਂ ਸਵਿਚ ਨੂੰ ਔਨ ਨਹੀਂ ਕਰਦਾ ਤੇ ਉਹਨਾਂ ਚਿਰ ਉਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਸਾਡੇ ਕੋਲ ਇਹ ਬੜਾ ਅਮੀਰ ਇਤਿਹਾਸ ਹੈ ਸਾਡਾ। ਹੁਣ ਜਿਵੇਂ ਬੀਬੀਆਂ ਦਾ ਇਤਿਹਾਸ ਚੱਲ ਰਿਹਾ, ਮਾਤਾਵਾਂ ਦਾ ਚੱਲ ਰਿਹਾ, ਬੜਾ ਅਮੀਰ ਇਤਿਹਾਸ ਹੈ ਸਾਡੇ ਕੋਲ, ਅਗਲੇ ਦਿਨਾਂ 'ਚ ਅਸੀਂ ਸੁਣਾਂਗੇ। ਪਰੰਤੂ ਜੇਕਰ ਅਸੀਂ ਇਤਿਹਾਸ ਨੂੰ ਪੜ੍ਹਿਆ ਨਹੀਂ, ਉਹਨੂੰ ਖੋਜਿਆ ਨਹੀਂ, ਵਾਚਿਆ ਨਹੀਂ, ਉਹਦੇ ਤੋਂ ਕੁਝ ਸਿੱਖਿਆ ਨਹੀਂ ਲਈ, ਫਿਰ ਇਤਿਹਾਸ ਦਾ ਕੀ ਫਾਇਦਾ। ਤੋ ਮੈਂ ਧੰਨਵਾਦ ਕਰਦਾ ਤੇਜਿੰਦਰ ਸਿੰਘ ਜੀ, ਤੁਸੀਂ ਇਹ ਜੋ ਸੀਰੀਜ਼ ਸ਼ੁਰੂ ਕੀਤੀ ਹੈ ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ, ਇਹ ਬੜਾ ਸਲਾਹੁਤਾਯੋਗ। ਮੈਂ ਸਮਝਦਾ ਵੀ ਠੀਕ ਹੈ ਕਿ ਅੱਜ ਅਸੀਂ ਦੌੜ ਭੱਜ ਹਾਂ, ਜੇ ਆਪਾਂ ਨਹੀਂ ਵੀ ਪੜ੍ਹ ਸਕਦੇ ਤੇ ਤੁਹਾਡੇ ਕੋਲ ਸੁਣ ਕੇ ਸਾਨੂੰ ਬਹੁਤ ਕੁਝ ਮਿਲਦਾ। ਤੇ ਵੈਸੇ ਵੀ ਕਹਿੰਦੇ ਨੇ ਵੀ ਕੋਈ ਚੀਜ਼ ਜਿਹੜੀ ਪੜ੍ਹੀ ਜਾਏ ਉਹ ਸਮਝ ਤਾਂ ਆਉਂਦੀ ਹੈ, ਪਰ ਸੁਣੀ ਜਾਏ ਤੇ ਜ਼ਿਆਦਾ ਆਉਂਦੀ ਹੈ। ਪਰ ਜੇ ਦੇਖੀ ਜਾਏ, ਵੈਸੇ ਇਸੇ ਕਰਕੇ ਵਿਜ਼ੂਅਲ ਚੱਲ ਪਏ ਨੇ, ਜੇ ਦੇਖੀ ਜਾਏ ਤੇ ਫਿਰ ਤੇ ਭੁੱਲਦੀ ਨਹੀਂ। ਤੋ ਆਓ ਆਪਾਂ ਇਸ ਇਤਿਹਾਸ ਨਾਲ ਜੁੜੀਏ ਤੇ ਇਤਿਹਾਸ ਤੋਂ ਸਾਨੂੰ ਜਿੱਥੇ ਅਗਵਾਈ ਮਿਲੇ, ਜਿੱਥੇ ਸਾਨੂੰ ਮਾਣ ਹੋਵੇ, ਸਾਡੇ ਐਡਾ ਮਾਣ ਮਤਾ ਇਤਿਹਾਸ ਹੈ, ਉੱਥੇ ਸਾਨੂੰ ਇਹ ਵੀ ਅੰਦਰ ਪ੍ਰੇਰਨਾ ਹੋਣੀ ਚਾਹੀਦੀ ਹੈ ਕਿ ਜਿਹੋ ਜਿਹੇ ਸਾਡੇ ਪੁਰਖੇ ਹੋਏ ਨੇ ਅਸੀਂ ਉਹੋ ਜਿਹੇ ਹੀ ਬਣਨਾ। ਜੇਕਰ ਆਪਾਂ ਪੁਰਖਿਆਂ ਵਰਗੇ ਨਹੀਂ ਬਣਦੇ ਤਾਂ ਸਾਨੂੰ ਕੋਈ ਫਿਰ ਕੀ ਫਾਇਦਾ। ਮੈਂ ਆਪ ਜੀ ਖਿਮਾ ਕਰਨਾ, ਮੈਂ 1 ਮਿੰਟ ਦਾ ਟਾਈਮ ਤੁਹਾਡੇ ਕੋਲ ਲੈਣਾ। ਕੱਲ ਹੀ ਮੇਰੇ ਨੋਟ ਪੜ੍ਹ ਰਿਹਾ ਸਾਂ ਕਿਸੇ ਦੀ ਲਿਖਤ, ਉਹਦੇ 'ਚ ਇਹ ਸੀ ਵੀ ਕੋਈ ਸ਼ਾਹੀ ਖਾਨਦਾਨ ਦਾ ਕੋਈ ਅੱਗੋਂ ਜਿਹੜਾ ਦਾ ਰਾਜਕੁਮਾਰ ਹੈ, ਉਹ ਜਿਸ ਵੇਲੇ ਇੱਥੇ ਆਇਆ ਪਾਕਿਸਤਾਨ ਦਾ ਜਿਹੜਾ ਜ਼ਿਲ੍ਹਾ ਗੁਜਰਾਂਵਾਲਾ ਹੈ, ਉੱਥੇ ਆ ਕੇ ਉਹਨੇ ਕਿਹਾ ਕਿ ਮੈਂ ਹਰੀ ਸਿੰਘ ਨਲਵਾ ਦੀ ਸੰਤਾਨ ਚੋਂ ਕੋਈ ਹੋਵੇ ਤੇ ਮੈਂ ਉਹਨੂੰ ਮਿਲਣਾ ਚਾਹੁੰਦਾ। ਉਹਨਾਂ ਨੇ ਉਸ ਵੇਲੇ, ਕਿਉਂਕਿ ਰਾਜਕੁਮਾਰ ਸੀਗਾ, ਤੇ ਉਹ ਮਤਲਬ ਇਹ ਗੱਲ ਹੈਗੀ ਹੈ ਤਕਰੀਬਨ ਅੰਗਰੇਜ਼ ਰਾਜ ਵਿੱਚ ਪਿਛਲੀ ਸਦੀ ਦੀ। ਤਾਂ ਉਹਦੇ ਵਿੱਚ ਉਹਨਾਂ ਨੇ ਡਿਪਟੀ ਕਮਿਸ਼ਨਰ ਨੇ ਉਸੇ ਵੇਲੇ ਉਹ ਪਤਾ ਕਰਾਇਆ ਤੇ ਉਹਨਾਂ ਦੱਸਿਆ ਜੀ ਹਾਂ ਫਲਾਣੇ ਥਾਂ ਤੇ ਫਲਾਣੇ ਨਗਰ ਵਿੱਚ ਹਰੀ ਸਿੰਘ ਨਲਵਾ ਦਾ ਪੜਪੋਤਰਾ ਰਹਿੰਦਾ। ਉਹ ਪਤਾ ਕੀਤਾ ਗਿਆ, ਸਕੂਲ 'ਚ 9ਵੀਂ 10ਵੀਂ 'ਚ ਪੜ੍ਹਦਾ ਸੀ। ਇਹ ਤੁਸੀਂ ਅੱਗੇ ਕਹਾਣੀ ਪੜ੍ਹੀ ਹੋਣੀ, ਸੁਣੀ ਹੋਣੀ, ਪਰ ਮੈਂ ਕੱਲ ਪੜ੍ਹੀ, ਮੈਨੂੰ ਖਿਮਾ ਕਰਨਾ, ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਤਾਂ ਉਸ ਵੇਲੇ ਉਹ ਫਿਰ ਡਿਪਟੀ ਕਮਿਸ਼ਨਰ ਡਿਊਟੀ ਲਾਈ ਆਪਣੇ ਇੱਕ ਆਫੀਸਰ ਦੀ, ਵੀ ਉਹਨੂੰ ਐਸਕੌਰਟ ਕਰਕੇ ਬੜੇ ਰਿਸਪੈਕਟ ਨਾਲ ਲਿਆਓ ਇੱਥੇ। ਉਹ ਸਕੂਲ ਪਹੁੰਚੇ, ਸਕੂਲ ਦੇ ਹੈਡਮਾਸਟਰ ਨੇ ਬੱਚੇ ਨੂੰ ਬੁਲਾਇਆ
ਉਹਨੇ ਕਿਹਾ ਵੀ ਇਸ ਤਰ੍ਹਾਂ ਸਾਨੂੰ ਬੜੀ ਮਾਣ ਦੀ ਗੱਲ ਹੈ ਕਿ ਇਹ ਰਾਜਕੁਮਾਰ ਆਏ ਨੇ, ਇਹ ਫਲਾਣ ਫਲਾਣ, ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਉਹ ਕਹਿੰਦੇ ਜੀ ਠੀਕ ਹੈ, ਮੈਂ ਮਿਲਣ ਨੂੰ ਤਿਆਰ ਹਾਂ। ਤੇ ਉਹ ਕਹਿੰਦੇ ਜੀ ਤੁਸੀਂ ਫਿਰ ਇਸ ਤਰ੍ਹਾਂ ਕਰੋ ਬਈ, ਇਹ ਉਹਨਾਂ ਨੇ ਡਿਪਿਊਟ ਕੀਤੇ ਨੇ ਆਫੀਸਰ, ਇਹ ਤੁਹਾਨੂੰ ਲੈ ਕੇ ਜਾਣਗੇ ਤੇ ਤੁਸੀਂ ਉਹਨਾਂ ਨੂੰ ਮਿਲੋ। ਉਹਨੇ ਨਾ ਕਰ ਦਿੱਤੀ। ਹਰੀ ਸਿੰਘ ਨਲਵੇ ਪੜਪੋਤਰਾ ਕਹਿੰਦਾ ਮੈਂ ਬਿਲਕੁਲ ਨਹੀਂ ਜਾਵਾਂਗਾ। ਉਹ ਹੈਡਮਾਸਟਰ ਹੈਰਾਨ ਹੋ ਗਿਆ, ਕਹਿਣ ਲੱਗਾ ਕੀ ਗੱਲ ਹੈ ਬੱਚਾ, ਤੂੰ ਜਾ। ਉਹ ਕਹਿੰਦਾ ਮੈਂ ਤੁਹਾਨੂੰ ਦੱਸਦਾ ਮੈਂ ਨਹੀਂ ਜਾਵਾਂਗਾ। ਉਹ ਕਹਿੰਦਾ ਕਾਰਨ? ਉਹ ਕਹਿੰਦਾ ਕਾਰਨ ਇਹ ਹੈ ਵੀ ਜਿਸ ਰਾਜਕੁਮਾਰ ਦਾ ਤੁਸੀਂ ਨਾਂ ਲੈ ਰਹੇ ਹੋ ਉਹ ਹਾਰੇ ਹੋਏ ਜਰਨੈਲ ਦਾ ਅੱਗੋਂ ਵੰਸ਼ ਹੈ, ਤੇ ਮੈਂ ਤੇ ਜੇਤੂ ਜਰਨੈਲ ਹਰੀ ਸਿੰਘ ਨਲਵਾ ਦਾ ਪੜਪੋਤਰਾ, ਮੈਂ ਕਿਉਂ ਜਾਵਾਂ, ਮੈਂ ਨਹੀਂ ਜਾਵਾਂਗਾ। ਖੈਰ ਹੈਡਮਾਸਟਰ ਨੇ ਫਿਰ ਸਮਝਾਇਆ ਵੀ ਨਹੀਂ, ਰਾਜ ਅੰਗਰੇਜ਼ਾਂ ਦਾ ਹੈਗਾ, ਡਿਪਟੀ ਕਮਿਸ਼ਨਰ ਨੇ ਕਿਹਾ ਹੈਗਾ, ਕਿਉਂਕਿ ਉਹਨੂੰ ਆਪਣਾ ਵੀ ਲੱਗਦਾ ਸੀ ਵੀ ਮੇਰੇ ਤਰ੍ਹਾਂ ਐਕਸ਼ਨ ਆਵੇ। ਉਹਨੇ ਉਸ ਬੱਚੇ ਨੂੰ ਫਿਰ ਬਣਾਇਆ। ਉਹ ਕਹਿਣ ਲੱਗਾ ਦੇਖੋ ਮੈਨੂੰ ਉਹਨੇ ਇਹ ਵੀ ਕਿਹਾ ਵੀ ਮਿਲਣ 'ਚ ਕੀ ਹਰਜ ਹੁੰਦਾ, ਮਿਲਣਾ ਚਾਹੀਦਾ। ਉਹ ਕਹਿੰਦਾ ਠੀਕ ਹੈ, ਤੁਸੀਂ ਕਹਿੰਦੇ ਮੈਂ ਮਿਲ ਲੈਣਾ, ਪਰੰਤੂ ਫਿਰ ਉਹਦੇ 'ਚ ਇਹ ਹੋਏਗਾ ਕਿ ਮੈਂ ਨਹੀਂ ਜਾਵਾਂਗਾ, ਉਹ ਇੱਥੇ ਆਵੇ ਮਿਲਣ। ਤੋ ਇਹ ਸੁਣ ਕੇ ਉਹਨੂੰ ਹੈਡਮਾਸਟਰ ਨੂੰ ਮਤਲਬ ਉਹਦੀਆਂ ਅੱਖਾਂ ਖੁੱਲ੍ਹ ਗਈਆਂ ਕਿ ਕਿੰਨੀ ਦਲੇਰੀ ਹੈ। ਪਰ ਦਲੇਰੀ ਦਾ ਕਾਰਨ ਇੱਕੋ ਹੀ ਸੀ ਕਿ ਉਸ ਦੀਆਂ ਰਗਾਂ ਵਿੱਚ ਹਰੀ ਸਿੰਘ ਨਲਵੇ ਦਾ ਖੂਨ ਚੱਲਦਾ ਸੀ, ਤੇ ਸਾਡੀਆਂ ਰਗਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਚੱਲਦਾ, ਤੇ ਸਾਡਾ ਕਿਰਦਾਰ ਉਹੋ ਜਿਹਾ ਹੋਣਾ ਚਾਹੀਦਾ ਜਿਹੋ ਜਿਹਾ ਅੱਜ ਅਸੀਂ ਸੁਣਿਆ ਮਾਤਾ ਗੁਜਰ ਕੌਰ ਦਾ, ਔਰ ਉਹਨਾਂ ਦੇ ਜਾਏ ਗੁਰੂ ਗੋਬਿੰਦ ਸਿੰਘ ਦਾ। ਅਸੀਂ ਮਾਣ ਕਰਦੇ ਹਾਂ ਵੀ ਸਾਡੀਆਂ ਰਗਾਂ 'ਚ ਕਲਗੀਧਰ ਦਾ ਖੂਨ ਹੈ। ਤੋ ਇਸ ਕਰਕੇ ਜੇ ਸਾਡੀਆਂ ਰਗਾਂ 'ਚ ਕਲਗੀਧਰ ਦਾ ਖੂਨ ਹੈ ਤੇ ਸਾਡੀਆਂ ਜਿਹੜੀਆਂ ਖਸਲਤਾਂ ਨੇ ਉਹ ਸਾਡੇ ਗੁਰੂ ਨਾਲ ਮਿਲਣੀਆਂ ਚਾਹੀਦੀਆਂ ਨੇ। ਇੱਕ ਵਾਰੀ ਫੇਰ ਧੰਨਵਾਦ ਕਰਦਾ। ਤੇ ਸੰਗਤ ਜੀ ਆਪਾਂ ਇਸੇ ਤਰ੍ਹਾਂ ਇਸ ਇਤਿਹਾਸ ਤੋਂ ਲਾਹਾ ਲਈਏ। ਤੋ ਬਹੁਤ ਸਾਰੀਆਂ ਤਰੁੱਟੀਆਂ ਵੀ ਸਾਡੇ ਪੇਸ਼ ਕਰ ਰਹਿ ਉਹਨਾਂ ਦੀ ਖਿਮਾ। ਤੋ ਆਪਾਂ ਫਤਿਹ ਬਜਾਉਣਾ ਜੀ। ਵੀਰ ਐਮਪੀ ਸਿੰਘ ਨੂੰ ਕਹਾਂਗਾ ਵੀ ਅਗਲਾ ਪ੍ਰੋਗਰਾਮ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਰ ਫੂਲਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ। ਫਤਿਹ। ਰਾਜਾ ਸਿੰਘ ਜੀ ਇਸਤਰੀ ਰਿਕਾਰਡਿੰਗ ਹਮਾਰੇ ਬੰਦ ਬੜੀ ਕਰ ਲਓ। ਅੱਛੀ ਵਿਆਖਿਆ ਕਰ ਰਹੇ ਨੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਬਰਾਬਰ ਦਾ ਅਧਿਕਾਰ ਹੈ